ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਸ਼੍ਰੋਮਣੀ ਕਮੇਟੀ ਦਾ ਨਾਮ ਸੁਣਦੇ ਹੀ ਦੋ ਤਰ੍ਹਾਂ ਦੀਆਂ ਪਿਕਚਰਸ ਸਾਡੇ ਹਰ ਇੱਕ ਦੇ ਦਿਮਾਗ ਦੇ ਵਿੱਚ ਬਣ ਜਾਂਦੀਆਂ ਨੇ। ਇੱਕ ਤਾਂ ਸ਼ਰਧਾ ਭਾਵਨਾ ਸਤਿਕਾਰ, ਤੇ ਦੂਸਰੀ ਪਿਕਚਰ ਜਿਹੜੀ ਮੌਜੂਦਾ ਦੌਰ ਦੇ ਵਿੱਚ ਬਣਨ ਲੱਗ ਪਈ ਉਹ ਹੈਗੀ ਭ੍ਰਿਸ਼ਟਾਚਾਰ ਦੀ, ਕਰਪਸ਼ਨ ਦੀ, ਬੇਈਮਾਨੀ ਦੀ। ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜਿਹੜੀਆਂ ਖਬਰਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵੱਲੋਂ ਆ ਰਹੀਆਂ ਨੇ ਬੜੀਆਂ ਨਿਰਾਸ਼ਾਜਨਕ ਨੇ। ਈਵਨ ਕਿ 550 ਸਾਲਾਂ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਜਾਂ ਫਜ਼ੂਲ ਖਰਚੀ ਦੇ ਇਲਜ਼ਾਮ ਵੀ ਲੱਗੇ। ਹਾਲਾਂਕਿ ਰੂਪ ਸਿੰਘ ਨੇ, ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੱਤਰ ਨੇ, ਉਹਨਾਂ ਨੇ ਕਲੈਰੀਫਿਕੇਸ਼ਨ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹ ਬੇਈਮਾਨੀ ਨਹੀਂ ਸੀ, ਇਹਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ। ਸਾਡਾ ਜਿਹੜਾ 550 ਸਾਲਾ ਮਨਾਇਆ ਗਿਆ, ਉਹਨਾਂ ਨੇ ਖਰਚੇ ਕਈ ਤਰੀਕੇ ਦੇ ਗਿਣਾ ਦਿੱਤੇ ਕਿ ਕਿੱਥੇ ਕਿੱਥੇ ਸ਼੍ਰੋਮਣੀ ਕਮੇਟੀ ਨੇ ਉਹ ਸਾਰਾ ਖਰਚਾ ਕੀਤਾ। ਸੋ ਸ਼੍ਰੋਮਣੀ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ ਹੈ, ਜਾਂ ਕਿਸ ਕਿਸਮ ਦਾ ਭ੍ਰਿਸ਼ਟਾਚਾਰ ਹੈ, ਕਿਉਂਕਿ ਲੌਂਗੋਵਾਲ ਸਾਹਿਬ ਕਈ ਤਰ੍ਹਾਂ ਦੇ ਦਾਅਵੇ ਵੀ ਕਰ ਰਹੇ ਨੇ ਜਦੋਂ ਦੇ ਪ੍ਰਧਾਨ ਬਣੇ ਹੋਏ ਨੇ। ਉਸ ਬਾਬਤ ਥੋੜਾ ਜਿਹਾ ਐਨਾਲਾਈਜ਼ ਕਰਨ ਲਈ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜੋ ਕਿ ਸਾਬਕਾ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਔਰ ਮੌਜੂਦਾ ਕਨਵੀਨਰ ਨੇ ਪੰਥਕ ਅਕਾਲੀ ਲਹਿਰ ਦੇ। ਇਹ ਬੜੀ ਜਦੋਜਹਿਦ ਕਰ ਰਹੇ ਨੇ, ਔਰ ਇਹਨਾਂ ਦੀ ਜਿਹੜੀ ਬੈਕਗਰਾਊਂਡ ਹੈ, ਹਿਸਟਰੀ ਹੈ, ਉਹਦੇ ਬਾਰੇ ਕੋਈ ਦੱਸਣ ਦੀ ਲੋੜ ਨਹੀਂ, ਕਿਉਂਕਿ ਸਾਰੇ ਜਿਹੜੇ ਸਿੱਖ ਪੰਥ ਹੈ ਇਹਨਾਂ ਨੂੰ ਭਲੀ ਭਾਂਤੀ ਬਾਏ ਫੇਸ ਬਾਏ ਨੇਮ ਜਾਣਦਾ ਹੈ, ਔਰ ਬੜਾ ਸਤਿਕਾਰ ਇਹਨਾਂ ਦਾ ਕਰਦਾ ਹੈ। ਸੋ ਸਿੰਘ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਬ੍ਰੇਨ ਔਨ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਸੀਂ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਬਾਰੇ ਕਈ ਤਰ੍ਹਾਂ ਦੇ ਜਿਹੜੇ ਭ੍ਰਿਸ਼ਟਾਚਾਰ ਉਜਾਗਰ ਕਰ ਰਹੇ ਹੋ। ਹਾਲਾਂਕਿ ਸ਼੍ਰੋਮਣੀ ਕਮੇਟੀ ਉਹਨੂੰ ਕਹਿ ਰਹੀ ਕਿ ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਭਾਈ ਲੌਂਗੋਵਾਲ ਜੀ, ਉਹਨਾਂ ਨੇ ਜਦੋਂ ਤੀਸਰੀ ਵਾਰ ਕਮਾਨ ਸੰਭਾਲੀ ਤਾਂ ਉਹਨਾਂ ਨੇ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਵੀ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਟੈਂਡਰ ਸਿਸਟਮ ਜਿਹੜਾ ਸ਼ੁਰੂ ਕਰਤਾ, ਵੀ ਟੈਂਡਰ ਤਾਂ ਕੋਈ ਵੀ ਪਾ ਸਕਦਾ। ਇਹਦੇ ਬਾਵਜੂਦ ਵੀ ਤੁਸੀਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਉੱਪਰ ਹਮਲੇ ਕਰ ਰਹੇ ਹੋ, ਤਾਂ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਵੀ ਜੇ ਅਗਲਾ ਟੈਂਡਰ ਪਾ ਰਿਹਾ ਹੈ, ਟੈਂਡਰ ਤਾਂ ਈਵਨ ਕਿ ਤੁਸੀਂ ਵੀ ਪਾ ਸਕਦੇ ਹੋ, ਕੋਈ ਵੀ ਪਾ ਸਕਦਾ, ਫਿਰ ਵੀ ਤੁਸੀਂ ਕਿਉਂ ਅਟੈਕ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ? ਇੱਕ ਤਾਂ ਲੌਂਗੋਵਾਲ ਸਾਹਿਬ ਵੀ ਦੱਸ ਦੇਣ ਕਿ ਜਿਹੜਾ 550 ਸਾਲਾਂ ਤੇ ਟੈਂਡਰ ਪਿਆ 12.5 ਕਰੋੜ ਦਾ, 12 ਕਰੋੜ ਦਾ ਜੀ, ਉਹਦੇ ਮੁਕਾਬਲੇ ਤੇ ਕਿੰਨੇ ਟੈਂਡਰ ਆਏ ਤੇ ਉਹ ਕਿੰਨੀ ਰਕਮ ਸੀ ਉਹਨਾਂ ਦੀ ਜੀ? ਕੋਈ 2.5 ਕਰੋੜ ਤੋਂ ਵੱਧ ਸੀਗਾ ਜੀ? ਜੇ ਤੇ ਕੋਈ 2.5 ਕਰੋੜ ਤੋਂ ਵੱਧ ਸੀਗਾ ਤੇ ਉਹ ਦਿਖਾਉਣ, ਨਹੀਂ ਤੇ ਦੱਸਣ 12 ਕਰੋੜ ਦਾ ਜਿਹੜਾ ਇਹ ਟੈਂਡਰ ਕਿੰਨੇ ਭੇਜਿਆ ਤੇ ਕਿਤਨਾ ਪਾਸ ਹੋਇਆ। ਅੱਛਾ, ਉਹ ਤੇ ਸਾਈਨ ਜਿਹੜੇ ਨੇ ਸਕੱਤਰ ਦੇ ਵੀ ਨੇ, ਜਿਹੜੇ ਕਹਿੰਦਾ ਕਰਪਸ਼ਨ ਹੁੰਦੀ ਨਹੀਂ ਇੱਥੇ, ਤੇ ਲੌਂਗੋਵਾਲ ਦੇ ਵੀ ਨੇ ਚੈੱਕ ਕੱਟ ਕੇ ਦਿੱਤਾ, ਜਿਹੜਾ ਪੀਟੀਸੀ ਨੂੰ ਦਿੱਤਾ। ਪੀਟੀਸੀ ਬਾਦਲ ਦੀ ਆ ਜੀ, ਬਾਦਲ ਦੀ ਕੰਪਨੀ ਨੂੰ ਉਹਦੀ ਮਰਜ਼ੀ ਅਨੁਸਾਰ 12 ਕਰੋੜ ਰੁਪਈਆ ਇੱਕ ਟੈਂਟ ਲਾਉਣ ਦਾ ਦਿੱਤਾ ਜਾਵੇ ਜੀ, ਤੇ ਉਹਦੇ ਮੁਕਾਬਲੇ ਤੇ ਦੱਸੋ ਕਿਹੜਾ ਟੈਂਡਰ ਆ ਜਿਹਨੇ 11 ਕਰੋੜ ਭਰਿਆ ਜਾਂ 13 ਕਰੋੜ ਭਰਿਆ? ਜਾਂ ਇੱਕ ਜਿਹੜੀ ਥਿਊਰੀ ਉਹ ਇਹ ਦੱਸ ਰਹੇ ਆ ਕਿ ਜਿਵੇਂ ਦਿੱਲੀ ਦਾ ਟੈਂਟ ਦਿੱਤਾ ਗਿਆ ਪੀਟੀਸੀ ਕੰਪਨੀ ਨੂੰ, ਤੁਸੀਂ ਕਹਿ ਰਹੇ ਹੋ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਟੈਂਡਰ ਦਿੱਤੇ ਸੀ ਉਹਨਾਂ ਦੇ ਕੋਲ ਇੰਨੀ ਹਾਈ ਟੈਕਨੀਕ ਨਹੀਂ ਸੀ, ਕਿਉਂਕਿ ਉਹਨਾਂ ਜਿਹੜਾ ਟੈਂਟ ਸ਼ਾਮਿਆਨਾ ਲਾਇਆ ਸੀ ਉਹ ਵਾਟਰ ਪ੍ਰੂਫ ਵੀ ਕੀਤਾ, ਉਹਦੇ ਵਿੱਚ ਏਸੀ ਵੀ ਲਾਏ, ਲਾਈਟਿੰਗ ਸਿਸਟਮ ਵੀ ਕੀਤਾ, ਇਸ ਕਰਕੇ ਦਿੱਲੀ ਤੋਂ ਉਹਨਾਂ ਨੂੰ ਹਾਇਰ ਕਰਨੇ ਪਏ ਬੰਦੇ। ਜਿਹੜਾ ਦਿੱਲੀ ਦੀ ਕੰਪਨੀ ਆ ਉਹਦੀ ਇਨਕਮ ਹੀ ਸਾਲ ਦੀ 5 ਲੱਖ ਤੋਂ ਵੱਧ ਉਹਦੀ ਕਾਗਜ਼ਾਂ 'ਚ ਭਰੇ ਨਹੀਂ ਉਹਨਾਂ ਨੇ ਕਦੀ ਆਪਣੇ। ਹਾਂਜੀ, ਟੈਕਸ ਨਹੀਂ ਭਰਿਆ। ਹਾਂਜੀ, ਤੇ ਐਡੀ ਵੱਡੀ ਕੰਪਨੀ ਕਿੱਥੋਂ ਆ ਗਈ? ਜਿਹੜੀ ਕੰਪਨੀ ਨੇ ਕਦੀ ਆਪਣੇ ਰਿਟਰਨਾਂ ਹੀ ਨਹੀਂ ਭਰੀਆਂ 5 ਲੱਖ ਤੋਂ ਵੱਧ ਸਾਲ ਦੀਆਂ ਜੀ, ਉਹ ਐਡੀ ਮਹਾਨ ਕਿੱਥੋਂ ਹੋ ਗਈ ਕਿ ਉਹਨੂੰ 12 ਕਰੋੜ ਦਾ ਦਿੱਲੀ ਤੋਂ ਲੱਭ ਕੇ ਲਿਆਓ? ਤੇ ਪੀਟੀਸੀ ਜਿਹੜੀ ਆ ਇਹ ਦਿੱਲੀ ਦੀ ਆ ਜਾਂ ਕਿਹਦੀ ਹੈ? ਪ੍ਰਕਾਸ਼ ਸਿੰਘ ਬਾਦਲ ਦੀ। ਇਹਦਾ ਐਡਰੈਸ ਕੀ ਆ ਉਹ ਸਾਨੂੰ ਨਹੀਂ ਪਤਾ ਕਿਹਦਾ, ਪਰ ਇਹ ਬਾਦਲ ਸਾਹਿਬ ਦੀ ਆ। ਠੀਕ ਹੈ ਜੀ, ਇਹ ਸਾਨੂੰ ਦੱਸਣ ਹੋਏ ਪੈਸਾ ਕਿੱਥੇ ਗਿਆ। ਦੂਜੀ ਗੱਲ, ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਨੇ ਜਾਂ ਕਾਫੀ ਸਾਰਾ ਇਹਦੇ ਤੋਂ ਆਲਰੇਡੀ ਬਰਡਨ ਪਿਆ ਹੋਇਆ ਕਈ ਚੀਜ਼ਾਂ ਦਾ, ਲੰਗਰ ਵੀ ਚੱਲਦੇ ਨੇ, ਇੰਸਟੀਚਿਊਟਸ ਵੀ ਚਲਾਉਣੇ ਪੈਂਦੇ, ਉੱਪਰੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ ਗਿਆ ਤਾਂ ਤੁਸੀਂ ਜਿਹੜੇ ਗਰੀਬ ਲੋਕਾਂ ਦੀ ਜਿਹੜੀ ਐਜੂਕੇਸ਼ਨ ਆ ਫ੍ਰੀ ਕਰ ਦੋਗੇ, ਇਲਾਜ ਫ੍ਰੀ ਕਰ ਦੋਗੇ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਦਾ ਢਾਂਚਾ ਹੈ ਇੱਕਦਮ ਟੁੱਟਣ ਦੇ ਕਿਨਾਰੇ ਆ ਜਾਏਗਾ? ਦੇਖੋ, ਇੱਕ ਤੇ ਨਾ ਜਦੋਂ ਡਰਾਈਵਰ ਸ਼ਰਾਬੀ ਬੈਠਾ ਹੋਵੇ ਤੇ ਉਹ 60 ਸਵਾਰੀਆਂ ਸੇਫ ਨਹੀਂ ਹੁੰਦੀਆਂ, ਉਹ ਕਿਸੇ ਟਾਈਮ 'ਚ ਵੀ ਖੱਡ 'ਚ ਡਿੱਗ ਸਕਦੀਆਂ। ਇੱਕ ਡਰਾਈਵਰ ਠੀਕ ਹੋਵੇ ਤੇ ਸਾਰੀਆਂ ਸ਼ਰਾਬੀ ਹੋਣ ਸਵਾਰੀਆਂ ਤੋਂ ਬਚ ਜਾਂਦੀਆਂ। ਇੱਥੇ ਪ੍ਰਬੰਧਕ ਕਮੇਟੀ ਜਿਹੜੀ ਆ ਇਹਦੇ ਤੇ ਕੋਈ ਸੰਕਟ ਨਹੀਂ ਅੱਜ ਆਇਆ। ਅੱਜ ਸਿੱਖਾਂ ਨੇ ਸਿਰਫ ਮੱਥਾ ਟੇਕਣਾ ਬੰਦ ਕੀਤਾ ਜੀ। ਜੇ ਮੱਥਾ ਟੇਕਣਾ ਬੰਦ ਕੀਤਾ ਤੇ ਲੰਗਰ ਛਕਣ ਵੀ ਨਹੀਂ ਕੋਈ ਜਾਂਦਾ, 100 ਦੇ ਕਰੀਬ ਵੀ ਨਹੀਂ ਜਾਂਦਾ ਅੱਜ ਤੱਕ ਕੋਈ। ਗੁਰੂ ਰਾਮਦਾਸ ਲੰਗਰ ਦੇ ਵਿੱਚ ਕੋਈ 100 ਦੇ ਕਰੀਬ ਵੀ ਨਹੀਂ ਜਾਂਦਾ। ਹਾਂਜੀ,
ਤੋ ਇੱਕ ਟੱਪ ਦਾਲ ਦਾ ਤੇ ਇੱਕ ਪ੍ਰਸ਼ਾਦਿਆਂ ਦਾ ਬਾਹਰ ਰੱਖ ਦਿੰਦੇ ਨੇ ਸਰਾਂ ਦੇ ਬਾਹਰ, ਤੇ ਉੱਥੋਂ ਜਿਹੜੇ ਲੋੜਵੰਦ ਨੇ ਉਹ ਲੈ ਲੂ ਲੈਂਦੇ ਨੇ। ਤੇ ਖਰਚੇ ਕਿੱਥੇ ਨੇ? ਇਹ ਮਹੀਨੇ ਦੇ ਵਿੱਚ ਹੱਥ ਖੜੇ ਕਰ ਦੇਣ, ਪੈਸੇ ਮੰਗਣ ਲੱਗ ਪੈਣ। ਅੱਜ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਪ੍ਰਬੰਧਕ ਕਮੇਟੀ ਦਿੱਲੀ, ਪ੍ਰਬੰਧਕ ਕਮੇਟੀ ਪਟਨਾ ਸਾਹਿਬ, ਜਿੱਥੇ ਤਿੰਨਾਂ ਕਮੇਟੀਆਂ ਤੇ ਕਬਜ਼ਾ ਆ ਪ੍ਰਕਾਸ਼ ਸਿੰਘ ਬਾਦਲ ਦਾ, ਇਹ ਤਿੰਨੇ ਕਮੇਟੀਆਂ ਪੈਸੇ ਮੰਗ ਰਹੀਆਂ ਸੰਗਤ ਤੋਂ। ਇਸ ਤੋਂ ਇਲਾਵਾ ਹਜੂਰ ਸਾਹਿਬ ਕਿਉਂ ਨਹੀਂ ਮੰਗ ਰਿਹਾ? ਹਜੂਰ ਸਾਹਿਬ ਦੇ ਦੇਸੀ ਘਿਓ ਦੇ ਲੰਗਰ ਚੱਲ ਰਹੇ ਅੱਜ ਵੀ ਜੀ। ਕਦੀ ਉਹਨਾਂ ਨੇ ਪੈਸਾ ਮੰਗਿਆ, ਡਿਮਾਂਡ ਕੀਤੀ? ਕਿਉਂ ਨਹੀਂ ਮੰਗਿਆ? ਪੌਂਟਾ ਸਾਹਿਬ ਨੇ ਨਹੀਂ ਮੰਗਿਆ, ਹੇਮਕੁੰਟ ਦੀ ਕਮੇਟੀ ਨੇ ਨਹੀਂ ਮੰਗਿਆ, ਕਸ਼ਮੀਰ ਦੀ ਕਮੇਟੀ ਨੇ ਨਹੀਂ ਮੰਗਿਆ, ਪਾਕਿਸਤਾਨ ਦੀ ਕਮੇਟੀ ਨੇ ਨਹੀਂ ਮੰਗਿਆ, ਸਿੰਘ ਸਭਾਵਾਂ ਦੀਆਂ ਕਮੇਟੀਆਂ ਨੇ ਨਹੀਂ ਮੰਗਿਆ। ਈਵਨ ਬੰਗਾਲ ਦੀ ਸੀਐਮ ਨੇ ਇੱਕ ਸਿੰਘ ਸਭਾ ਨੂੰ ਲੈਟਰ ਲਿਖ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਲੱਖਾਂ ਪ੍ਰਾਣੀਆਂ ਨੂੰ ਆਪਣਾ ਲੰਗਰ ਛਕਾਇਆ, ਤੁਹਾਡਾ ਬਹੁਤ ਧੰਨਵਾਦ। ਉਹਨਾਂ ਨੇ ਨਹੀਂ ਮੰਗਿਆ ਕਿਤੋਂ। ਤੋ ਇਹ ਏਡੀਆਂ ਵੱਡੀਆਂ ਸੰਸਥਾਵਾਂ, ਇਹਨਾਂ ਤੇ ਸੰਕਟ ਆਇਆ ਕਿਉਂ? ਇਹਨਾਂ ਨੇ ਬੇਤਹਾਸ਼ਾ ਪੈਸਾ ਆਪਣੇ ਇਲੈਕਸ਼ਨਾਂ ਤੇ ਤਾਂ ਆਪਣੀ ਰਾਜਨੀਤੀ ਤੇ ਲਾਇਆ, ਤੇ ਲਾਇਆ ਇਸ ਕਰਕੇ ਕਿ ਕਰੋੜਾਂ ਰੁਪਈਆ ਆ ਰਿਹਾ ਸੀ, ਇਹਨਾਂ ਨੂੰ ਪਰਵਾਹ ਨਹੀਂ ਸੀ, ਲੋਕੀ ਰੌਲਾ ਪਾਉਂਦੇ ਰਹਿਣ। ਮੈਂ ਤੁਹਾਨੂੰ ਦੱਸਦਾ ਹਾਂ ਕਿ 84 ਦੇ ਵਿੱਚ ਜੋ ਸਾਡੇ ਤੇ ਸੰਕਟ ਆਇਆ, ਉਹ ਤੋਂ ਵੱਡਾ ਸੰਕਟ ਨਹੀਂ ਆ ਸਕਦਾ ਕਦੀ ਜੀ। 84 ਦੇ ਵਿੱਚ 5-6 ਮਹੀਨੇ ਕਮੇਟੀ ਥਾਂ ਸਿਰ ਤੇ ਨਹੀਂ ਆਈ, ਤਨਖਾਹਾਂ ਵੀ ਰੁਕੀਆਂ, ਪਰ ਸਾਰੀ ਲੀਡਰਸ਼ਿਪ ਅੰਦਰ ਸੀ ਜੀ। ਗੋਲਕਾਂ ਫੌਜ ਚੁੱਕ ਕੇ ਲੈ ਗਈ। ਉਹਦੇ ਬਾਵਜੂਦ ਵੀ ਜਦੋਂ ਇਹ ਟੌੜਾ ਸਾਹਿਬ ਆਏ ਨੇ ਤੇ ਲੀਡਰਸ਼ਿਪ ਸਰਗਰਮ ਹੋਈ ਆ, ਸਾਰਿਆਂ ਨੂੰ ਤਨਖਾਹਾਂ ਦਿੱਤੀਆਂ, ਲੰਗਰ ਚੱਲੇ, ਕਿਸੇ ਤੋਂ ਪੈਸਾ ਨਹੀਂ ਮੰਗਿਆ। ਤੋ ਉਹਦੇ ਬਾਵਜੂਦ ਇੱਕ ਕੇਸ ਕੀਤਾ ਟੌੜਾ ਸਾਹਿਬ ਨੇ ਫੌਜ ਦੇ ਖਿਲਾਫ ਕਿ ਸਾਡੀ ਹਿਸਟਰੀ, ਸਾਡਾ ਵਿਰਾਸਤ ਖਤਮ ਕੀਤੀ ਆ, ਜਾਨੀ ਤੇ ਮਾਲੀ ਨੁਕਸਾਨ ਕੀਤਾ ਬਹੁਤ ਜ਼ਿਆਦਾ ਫੌਜ ਨੇ, ਤੇ ਉਹਦਾ 10,000 ਕਰੋੜ ਰੁਪਏ ਦਾ ਦਾਅਵਾ ਕੀਤਾ ਸੁਪਰੀਮ ਕੋਰਟ 'ਚ। ਠੀਕ ਹੈ ਜੀ। ਤੋ 10,000 ਦਾ ਦਾਅਵਾ ਜਦੋਂ ਤੁਸੀਂ ਕਰਦੇ ਹੋ ਤੇ 1% ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ। ਉਹ 10 ਕਰੋੜ ਰੁਪਈਆ ਫੀਸ ਉਦੋਂ ਦੀ ਜਮ੍ਹਾਂ ਹੈ। ਓਕੇ, ਹਲੇ ਵੀ ਕੇਸ ਪੈਂਡਿੰਗ ਹੈ? ਅਜੇ ਵੀ ਸੁਪਰੀਮ ਕੋਰਟ ਦੇ ਵਿੱਚ ਉਸ ਹਾਲਾਤ ਦੇ ਵਿੱਚ ਵੀ 10 ਕਰੋੜ ਰੁਪਈਆ ਫੀਸ ਜਮ੍ਹਾਂ ਕਰਾਈ ਤੇ ਕੇਸ ਕੀਤਾ। ਤੋ ਅੱਜ ਕਿੱਥੇ ਅਸੀਂ ਲਾਇਆ? ਕੋਈ ਟਾਵਰ ਬਣਾ ਲਿਆ ਇਹਨਾਂ ਨੇ ਪ੍ਰਬੰਧਕ ਕਮੇਟੀ ਦੇ ਨਾਂ ਦਾ, ਕੋਈ ਬਹੁਤ ਵੱਡਾ ਇਹਨਾਂ ਨੇ ਸ਼ਹਿਰ ਵਸਾ ਲਿਆ, ਕਿ ਕਿੱਥੇ ਪੈਸਾ ਲੱਗਾ ਤੇ ਕਿੱਥੇ ਗਿਆ? ਅੱਜ ਮੈਂ ਤੁਹਾਨੂੰ ਇੱਕ ਗੁਰਦੁਆਰੇ ਦਾ ਇੱਕ ਦਾ ਦਿਨ ਆ, ਜਿਹੜਾ ਚੋਲਾ ਸਾਹਿਬ ਗੁਰਦੁਆਰਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਉਂਦਾ, ਇਤਿਹਾਸਕ ਗੁਰਦੁਆਰਾ। ਉਸ ਗੁਰਦੁਆਰੇ ਦੇ ਨਾਂ ਦੀ 300 ਏਕੜ ਤੋਂ ਵੱਧ ਜ਼ਮੀਨ ਹੈ ਜੀ। ਉਸ ਗੁਰਦੁਆਰੇ ਦੀ ਇੱਕ ਮਾਰਕੀਟ ਹੈ ਜੀ, ਕਿਰਾਏ ਤੇ ਚੜੀ ਹੋਈ। ਉਸ ਗੁਰਦੁਆਰੇ ਦੇ ਵਿੱਚ ਨਾਲ ਇੱਕ ਅਟੈਚ ਆ ਕਾਲਜ ਕੁੜੀਆਂ ਦਾ ਹੈਗਾ, ਮੈਂ ਦੇਖਿਆ। ਉੱਥੇ 4 ਮਹੀਨੇ ਹੋ ਗਏ, 4 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਨਾ ਮੁਲਾਜ਼ਮਾਂ ਨੂੰ ਤੇ ਨਾ ਉਹ ਪ੍ਰੋਫੈਸਰਾਂ ਨੂੰ ਜੀ। ਤੋ ਇੱਕ ਇਤਿਹਾਸਕ ਗੁਰਦੁਆਰਾ ਜਿੱਥੇ ਲੋਕਾਂ ਦੀ ਆਮਦ ਹੈ ਕੁਦਰਤੀ ਹੁੰਦੀ ਆ, ਜਿੱਥੇ ਲੋਕੀ ਹਰੇਕ ਲਾਗੇ ਬੰਨੇ ਰਹਿਣ ਵਾਲੇ ਆਪਣੀ ਸ਼ਰਧਾ ਅਨੁਸਾਰ ਕਣਕ ਵੀ ਚੜਾਉਂਦੇ ਆ, ਪੈਸਾ ਵੀ ਚੜਾਉਂਦੇ ਆ, ਤੇ 300 ਏਕੜ ਜ਼ਮੀਨ ਮਹਿਣਾ ਰੱਖਦੀ ਆ। ਬਿਲਕੁਲ ਸਹੀ ਗੱਲ ਹੈ। ਉਸ ਗੁਰਦੁਆਰੇ ਦੇ ਵਿੱਚ 4 ਮਹੀਨੇ ਤੋਂ ਪ੍ਰੋਫੈਸਰਾਂ ਨੂੰ ਤਨਖਾਹਾਂ ਨਾ ਦਿੱਤੀਆਂ ਜਾਣ, ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦਿੱਤੀਆਂ ਜਾਣ। ਅੱਜ ਦੀ ਗੱਲ ਆ ਕਿ ਅਜੇ 2 ਮਹੀਨੇ ਹੋਏ ਨੇ ਇਹ ਪ੍ਰੋਬਲਮ ਆਈ ਨੂੰ, ਤੇ ਜਿਹੜੇ ਵਿਚਾਰੇ ਮੁਲਾਜ਼ਮ ਇੱਕ ਦੁੱਧ ਇਕੱਠਾ ਕਰਦੇ ਨੇ, ਇੱਕ ਜਿਹੜੇ ਗਜਾ ਇਕੱਠਾ ਕਰਦੇ ਨੇ, ਦੁੱਧ ਪਿੰਡਾਂ 'ਚ ਲਿਆ ਕੇ ਲੰਗਰ 'ਚ ਪਾਉਂਦੇ ਆ, ਜਿਹੜਾ ਮੁਲਾਜ਼ਮ 2-2 ਹਜ਼ਾਰ ਦਾ ਦੁੱਧ ਲਿਆ ਕੇ ਲੰਗਰ 'ਚ ਪਾਉਂਦਾ, 1500 ਦਾ ਲੰਗਰ 'ਚ ਦੁੱਧ ਪਾਉਂਦਾ, 5000 ਰੁਪਇਆ ਮਹੀਨੇ ਬਾਅਦ ਤਨਖਾਹ ਲੈਂਦਾ। ਅੱਛਾ ਜੀ। ਉਹਦੀ 500 ਰੁਪਇਆ ਦਿੱਤਾ, ਤਨਖਾਹ ਕੱਟ ਲਈ। ਅੱਛਾ। ਜਦੋਂ ਮੈਂ ਇਹ ਰੌਲਾ ਪਾਇਆ ਵੀ ਤੁਸੀਂ ਜਿਹੜੇ ਗਰੀਬ ਮੁਲਾਜ਼ਮ ਨੇ ਸਾਡੇ, ਉਹ ਤੇ ਭੁੱਖੇ ਮਰ ਰਿਹਾ, ਤੇ ਤੁਸੀਂ ਕਿਹਦੀ ਸੇਵਾ ਕਰ ਰਹੇ? ਦਵਾਈ ਪਾਈ ਅਸੀਂ ਬਹੁਤ ਸੇਵਾ ਕਰ ਰਹੇ, ਕਿਹਦੀ ਸੇਵਾ ਕਰ ਰਹੇ? 500 ਰੁਪਇਆ ਮਹੀਨੇ ਦਾ ਦਿੱਤਾ ਉਹਨਾਂ ਨੂੰ, ਕੱਟ ਲਏ ਸਾਰੇ, 4500 ਰੁਪਇਆ ਕੱਟ ਲਿਆ। ਫਿਰ ਉਸ ਤੋਂ ਬਾਅਦ ਕੀ ਹੋਇਆ? ਹੁਣ ਇਹਨਾਂ ਨੇ ਤਨਖਾਹ ਦੇਤੀ ਇਸ ਮਹੀਨੇ ਦੀ, ਪਰ 1200 ਰੁਪਏ ਦੀ ਥਾਂ ਤੇ 2400 ਰੁਪਇਆ ਕਿਰਾਇਆ ਕੱਟ ਲਿਆ ਉਹਦੇ ਮਕਾਨ ਦਾ ਰਹਿਣ ਦਾ। ਇੱਕ ਗਰੀਬ ਮੁਲਾਜ਼ਮ ਆ, ਉਹਨੂੰ 5-6 ਹਜ਼ਾਰ ਰੁਪਇਆ ਤਨਖਾਹ ਮਿਲਦੀ ਆ, ਤੇ ਸਰਕਾਰ ਜਾਂ ਪ੍ਰਾਈਵੇਟ ਲੋਕ ਤੇ ਕਿਰਾਇਆ ਲੈ ਨਹੀਂ ਰਹੇ, ਨਾ ਆਪਣੇ ਕਿਰਾਏਦਾਰਾਂ ਤੋਂ ਮੰਗ ਰਿਹਾ, ਨਾ ਦੁਕਾਨਦਾਰਾਂ ਤੋਂ ਮੰਗ ਰਿਹਾ। ਜਿਹੜੀਆਂ ਸਰਕਾਰਾਂ ਨੇ ਉਹ ਵੀ ਸਕੂਲਾਂ 'ਚ ਫੀਸ ਨਾ ਲਈ ਜਾਵੇ, ਤੇ ਤੁਸੀਂ ਇੱਕ ਗਰੀਬ ਮੁਲਾਜ਼ਮ ਦਾ 1200 ਦੀ ਬਜਾਏ 2400 ਰੁਪਇਆ ਕਿਰਾਇਆ ਕੱਟ ਰਹੇ ਹੋ। ਇਹ ਕਿੱਥੇ? ਫਿਰ ਤੁਹਾਡੇ ਜਿਹੜੇ ਉੱਚ ਅਫਸਰ ਨੇ ਉਹਨਾਂ ਨੂੰ ਟਾਈਮ ਸਿਰ ਤੇ ਤਨਖਾਹ ਮਿਲ ਰਹੀ, ਲੱਖ ਪਲੱਸ,
1.25 ਲੱਖ ਪਲੱਸ ਜਿਨ੍ਹਾਂ ਉਹਨਾਂ ਨੂੰ ਸੈਲਰੀ ਮਿਲ ਰਹੀ ਹੈ, ਉਹਨਾਂ ਨੂੰ ਟਾਈਮ ਸਿਰ ਤੇ ਸੈਲਰੀ ਮਿਲ ਰਹੀ ਹੈ। ਔਰ ਉਹ ਲੋਕ ਨੇ ਜਿਨ੍ਹਾਂ ਨੇ ਕਰਪਸ਼ਨ ਦਾ ਦੀ ਇੱਕ ਮੈਂ ਸਮਝਦਾ ਐਕਸਪ੍ਰੈਸ ਖੋਲ ਰੱਖੀ ਹੈ, ਰੋਡ ਖੋਲ ਰੱਖੀ। ਤੋ ਇਹ ਸਿਸਟਮ ਹੈ ਨਹੀਂ। ਇੱਕ ਸਮਾਂ ਸੀ ਜਦੋਂ ਟੌੜਾ ਸਾਹਿਬ ਦੇ ਸਮੇਂ ਤੇ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ 4500 4600 ਇਹਨਾਂ ਮੁਲਾਜ਼ਮ ਸੀ ਜੀ। ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਕੁਛ ਸੀਗਾ ਜਿਹੜਾ ਵਿਦਿਅਕ ਅਦਾਰਿਆਂ ਦੇ ਨਾਲ ਸੀ ਸੰਬੰਧਿਤ ਸੀ, ਫਿਰ ਕੁਛ ਟਰਸਟਾਂ ਦੇ ਨਾਲ ਸੰਬੰਧਿਤ ਸੀ ਜੀ। ਤੋਂ ਟੋਟਲ ਗਿਣਤੀ ਇਹਨਾਂ ਦੀ ਬਹੁਤ ਘੱਟ ਸੀ, 10,000 ਤੋਂ ਘੱਟ ਸੀ। ਅੱਜ 22,000 ਮੁਲਾਜ਼ਮ ਹੈ। ਇਹ ਕਿੰਨੇ ਭਰਤੀ ਕੀਤਾ, ਕਿਹਦੇ ਕੰਮ ਆ ਰਿਹਾ? ਮੁਲਾਜ਼ਮ ਭਰਤੀ ਹੋ ਰਿਹਾ ਗੁਰੂ ਰਾਮਦਾਸ ਦੇ ਦਰ ਤੇ, ਸੇਵਾਦਾਰ, ਡਰਾਈਵਰ, ਗਨਮੈਨ, ਲਾਂਗਰੀ, ਤੇ ਸੇਵਾ ਕਰ ਰਿਹਾ ਤੁਹਾਡੇ ਲੀਡਰਾਂ ਦੇ ਘਰਾਂ 'ਚ। ਤੁਸੀਂ 350 ਤੋਂ 400 ਮੁਲਾਜ਼ਮ ਆ ਜਿਹੜਾ ਇਹਨਾਂ ਲੀਡਰਾਂ ਦੇ ਘਰਾਂ 'ਚ ਸੇਵਾ ਕਰ ਰਿਹਾ, ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ 'ਚੋਂ ਲੈਂਦਾ। ਮੈਂ ਪਿਛਲੀ ਵਾਰੀ ਨਾਮ ਵੀ ਲਿਆ ਸੀ ਇੱਕ ਲੀਡਰ ਦਾ, ਉਹਦੇ ਘਰ ਭਈਏ ਨੇ, ਉਹਨਾਂ ਨੂੰ ਪੱਗਾਂ ਬਣਾ ਕੇ ਤੇ ਅੰਮ੍ਰਿਤ ਛਕਾ ਕੇ ਤੇ ਮੁਕਤਸਰ ਸਾਹਿਬ ਦੇ ਗੁਰਦੁਆਰਾ 'ਚੋਂ ਉਹਨਾਂ ਦੀ ਤਨਖਾਹ ਮਿਲਦੀ ਆ। ਜਿਨ੍ਹਾਂ ਦਾ ਤੁਸੀਂ ਪਿਛਲੀ ਵਾਰ ਨਾਮ ਲਿਆ ਸੀ, ਹੁਣ ਵੀ ਦੱਸੋ। ਉਹ ਕੋਲਿਆਂ ਵਾਲਾ, ਅੱਛਾ ਠੀਕ, ਦਿਆਲ ਸਿੰਘ ਕੇ ਕੀ ਨਾਮ ਉਹਦਾ, ਕੋਲੇ ਜਿਹੜਾ ਬਾਦਲ ਦੇ ਬਹੁਤ ਕਰੀਬੀ ਹੈ। ਉਹ ਭਈਏ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾ ਕੇ ਤੇ ਉਹ ਦੇਖਦੇ ਤੇ ਉਹਦਾ ਗਾਰਡਨ, ਅੱਛਾ, ਪਰ ਤਨਖਾਹ ਲੈ ਕੇ ਆਉਂਦੇ ਨੇ ਮੁਕਤਸਰ ਸਾਹਿਬ ਤੋਂ, ਗੁਰਦੁਆਰਾ ਸਾਹਿਬ। ਹਾਂ। ਤੋ ਜਦੋਂ ਤੁਸੀਂ ਇਸ ਤਰ੍ਹਾਂ ਦੀ ਕਰਪਸ਼ਨ ਬੰਦ ਨਹੀਂ ਕਰੋਗੇ ਤੇ ਪੈਸੇ ਜਿਹੜੇ ਆ ਉਹ ਆਪਣੀ ਰਾਜਨੀਤੀ ਤੇ ਲਾਓਗੇ, ਤੋ ਰਿਜ਼ਲਟ ਤੁਹਾਡੇ ਸਾਹਮਣੇ ਆ, ਸਾਰੀ ਦੁਨੀਆ ਸਾਹਮਣੇ ਸਾਰਾ ਕੁਝ। ਹਾਂਜੀ, ਤੋ ਇਹ ਜਿਹੜਾ ਸਿਸਟਮ ਹੈ ਇਹਨਾਂ ਦਾ, ਇਹ ਬੜਾ ਗੈਰ ਵਾਜਬ ਆ। ਤੇ ਇਹ ਅੱਜ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਦਿੱਕਤ ਆ ਰਹੀ ਆ, ਰੋਟੀ ਖਾਣ ਤੋਂ ਵੀ ਤੰਗ ਨੇ, ਲੇਕਿਨ ਇਹ ਦਾਅਵਾ ਕਰ ਰਹੇ ਸੇਵਾ ਕਰ ਰਹੇ। ਤੇ ਮੈਂ ਪਹਿਲੀ ਦਫਾ ਦੇਖਿਆ ਕਿ ਹਿਸਟਰੀ ਦੇ ਵਿੱਚ ਜਿਹੜੀ ਸਾਡਾ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਆ, ਉਹਦੀ ਗੁਰੂ ਮਹਾਰਾਜ ਤਾਬਿਆ ਬੈਠ ਕੇ ਗ੍ਰੰਥੀ ਦਾਨ ਮੰਗੇ ਕਿ ਇੰਨੇ ਹਜ਼ਾਰ ਫਲਾਣੇ ਦਿੱਤਾ, ਤੁਸੀਂ ਕੀ ਦੇ ਰਹੇ ਹੋ? ਸੰਗਤ ਪੈਸੇ ਦੇਵੇ, ਦਸਵੰਧ ਲਿਆਵੇ। ਉਧਰੋਂ ਪਟਨਾ ਸਾਹਿਬ ਤੋਂ ਹੈਡ ਗ੍ਰੰਥੀ ਮੰਗਣ ਡਿਆ, ਇਧਰੋਂ ਇੱਥੋਂ ਅਪੀਲਾਂ ਹੋ ਰਹੀਆਂ। ਤੋ ਆਫਟਰ ਆਲ ਤੁਸੀਂ ਇਹ ਪੈਸਾ ਲਾਇਆ ਕਿੱਥੇ ਖਰਚਾ ਆਇਆ ਤੁਹਾਡਾ ਇੰਨਾ ਜਿਹੜਾ ਤੁਸੀਂ ਇਹ ਮੰਗ ਰਹੇ ਹੋ? ਤੋ ਮੈਂ ਮਹਿਸੂਸ ਕਰਦਾ ਕਿ ਲੰਗਰ ਦੇ ਵਿੱਚ ਸੰਗਤਾਂ ਨੂੰ ਪੈਸਾ ਜਿਹੜਾ ਰਾਸ਼ਨ ਦੇਣਾ ਚਾਹੀਦਾ, ਪੈਸਾ ਨਹੀਂ ਦੇਣਾ ਚਾਹੀਦਾ। ਲੰਗਰ ਚੱਲਦਾ ਰਹੇ ਮਹਾਰਾਜ ਦਾ। ਤੇ ਜਿੰਨੀ ਦੇਰ ਕਰਪਟ ਲੋਕ ਬੈਠੇ ਨੇ, ਇਹ ਬੇਦਰਦੀ ਨਾਲ ਪੈਸਾ ਖਰਚ ਕਰਨ ਵਾਲੇ ਨੇ, ਕਰਦੇ ਪਏ ਨੇ, ਉਨੀ ਦੇਰ ਤੱਕ ਇਹਨਾਂ ਨੂੰ ਪੈਸਾ ਨਾ ਦਿੱਤਾ ਜਾਵੇ। ਕਿਤੇ ਐਂ ਤਾਂ ਨਹੀਂ ਜਿਵੇਂ ਲੋੜ ਪਈ ਸੀ ਕਰੋਨਾ ਵਾਇਰਸ ਕਰਕੇ ਵੀ SGPC ਵੱਧ ਤੋਂ ਵੱਧ ਸੇਵਾ ਕਰਦੀ ਲੋਕਾਂ ਦੀ, ਔਰ ਐਨ ਮੌਕੇ ਤੇ ਆ ਕੇ ਇਹਨਾਂ ਨੇ ਬੜੀ ਜਲਦੀ ਹੱਥ ਖੜੇ ਕਰ ਦਿੱਤੇ। ਹਾਂ, ਇਹ ਕੋਈ ਸਿੱਖਾਂ ਦੀ ਬਦਨਾਮੀ ਕਰਨ ਵਾਸਤੇ ਸਾਜ਼ਿਸ਼ ਤਾਂ ਨਹੀਂ ਰਚੀ ਗਈ ਵੀ? ਕੋਈ ਸਾਜ਼ਿਸ਼ ਨਹੀਂ, ਕਿਸੇ ਦੀ ਕੋਈ ਸਾਜ਼ਿਸ਼ ਨਹੀਂ। ਇਹ ਇੱਕ ਪਰਿਵਾਰ ਹੈ ਜਿਹਦੀ ਭੁੱਖ ਨਹੀਂ ਮਿਟਦੀ ਪਈ। ਅੱਛਾ ਜੀ। ਕਦੀ ਸੋਨਾ ਸਰਕਾਰ ਨੂੰ ਦੇ ਦੇਣਾ ਚਾਹੀਦਾ ਤੇ ਕਦੀ ਤੁਸੀਂ ਪੈਸੇ ਮੰਗ ਰਹੇ ਹੋ। ਤੋ ਆਫਟਰ ਆਲ ਸਾਡੇ ਗੁਰੂ ਘਰ ਦੀਆਂ ਜਾਇਦਾਦਾਂ ਨੇ, ਬੜੀਆਂ ਬੇਸ਼ਕੀਮਤ ਸਾਡੀਆਂ ਥਾਵਾਂ ਨੇ, 20,000 ਤੋਂ ਵੱਧ ਏਕੜ ਜ਼ਮੀਨ ਹੈ ਵਾਹੀਯੋਗ। ਤੇ ਉਹ ਪੈਸਾ ਕਿੱਥੇ ਜਾਂਦਾ? ਜਿਹੜਾ ਸਾਲਾਨਾ ਠੇਕਾ ਹੁੰਦਾ ਕਿੱਥੇ ਜਾਂਦਾ? ਵਾ ਜਿਹੜੀ ਆਪ ਪਾਉਂਦੇ ਉਹਦੀ ਇਨਕਮ ਕਿੱਥੇ ਜਾਂਦੀ ਆ? ਕਦੀ ਵੀ ਇਹਨਾਂ ਨੇ RTI ਪਾ ਕੇ ਲੈ ਲਓ, ਨਹੀਂ ਸਾਫ ਦਿੰਦੇ। ਜੇ ਇਹ ਕਲੀਅਰ ਨੇ ਤੇ ਇਹ ਸਾਰਾ ਕੁਝ ਓਪਨ ਕਰਨ। ਮੈਂ ਜਦੋਂ ਦਾ ਇਹ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੀ ਬਣੀ, ਮੈਂ ਉਦੋਂ ਦਾ ਅੱਖ ਰੱਖੀ ਆ ਇਹਨਾਂ ਦੀ ਹਰਕਤ ਤੇ। ਇੱਕ ਤਾਂ ਇਹਨਾਂ ਨੇ VC ਲਾਇਆ ਆਹਲੂਵਾਲੀਆ, ਜਿਹਨੂੰ ਬਲਾਤਕਾਰ ਦੇ ਇਲਜ਼ਾਮ 'ਚ ਇੱਥੋਂ ਡਿਸਮਿਸ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ 'ਚੋਂ। ਉਸ ਬੰਦੇ ਨੂੰ ਬਾਦਲ ਨੇ ਇੱਥੋਂ ਦਾ VC ਲਾਇਆ, ਜਿਹੜਾ ਦਾੜੀ ਰੰਗ ਦਾ, ਜਿਹੜਾ ਪਤਤ ਆ। ਫਿਰ ਉਹਦਾ ਆਰਡਰ ਇਹ ਕਿ 2 ਕਰੋੜ ਮੰਗੇ ਜਾਂ 3 ਕਰੋੜ ਮੰਗੇ, ਕੈਸ਼ ਦਿਓ। ਅੱਛਾ, ਕੈਸ਼ ਪੈਸੇ ਦਿਓ। ਜਿੰਨੀ ਯੂਨੀਵਰਸਿਟੀ ਬਣੀ ਹੈ ਕੈਸ਼ ਪੈਸਾ ਲਿਆ ਕੇ ਬਣੀ ਹੈ। ਇੱਕ ਇਹਨਾਂ ਦਾ ਸਿਸਟਮ ਕੀ ਆ, 12,500 ਦੇ ਕਰੀਬ ਮੁਲਾਜ਼ਮ ਨੇ, 6,500 ਵਿਦਿਅਕ ਅਦਾਰਿਆਂ ਨਾਲ ਸੰਬੰਧਿਤ ਨੇ, ਬਾਕੀ ਟਰਸਟਾਂ ਨਾਲ ਸੰਬੰਧਿਤ ਨੇ। ਟਰਸਟ ਗੁਰੂ ਰਾਮਦਾਸ ਚੈਰੀਟੇਬਲ ਟਰਸਟ, ਗੁਰੂ ਰਾਮਦਾਸ ਮੈਡੀਕਲ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਇਹ ਟਰਸਟ ਜਿਹੜੇ ਨੇ ਇਹ ਗੁਰੂ ਰਾਮਦਾਸ ਜੀ ਦੇ ਘੱਟ ਨੇ ਤੇ ਲੀਡਰਾਂ ਦੇ ਜ਼ਿਆਦਾ ਨੇ। ਉਹ ਲੋਕਲ ਟਰਸਟੀ ਬਣਾ ਦਿੱਤੇ ਉੱਥੇ, ਫਿਰ ਬਹੁਤ ਕੁਝ ਹੋ ਰਿਹਾ। ਇਹਨਾਂ ਦੇ ਵਿੱਚ ਜਦੋਂ ਇਹ ਘਾਟਾ ਦਿਖਾਉਂਦੇ ਨੇ ਤੇ ਗੁਰੂ ਰਾਮਦਾਸ ਜੀ ਦੇ ਖਜ਼ਾਨੇ ਚੋਂ 1.5 ਕਰੋੜ ਡੋਨੇਸ਼ਨ ਦੇ ਦਿਓ। ਇਹ ਯੂਨੀਵਰਸਿਟੀ ਨੂੰ ਕਿੰਨੀ ਵਾਰੀ ਡੋਨੇਸ਼ਨ ਮਿਲੀ? ਯੂਨੀਵਰਸਿਟੀ ਅੱਜ ਬੰਦ ਪਈ ਆ। 1.5 ਕਰੋੜ ਰੁਪਇਆ ਪਰ ਮੰਥ ਲੌਂਗੋਵਾਲ ਸਾਹਿਬ ਦੀ ਜ਼ੁਬਾਨੀ ਹੈ ਕਿ ਉਹ ਦੇ ਰਹੇ ਨੇ ਯੂਨੀਵਰਸਿਟੀ ਨੂੰ। ਹਾਂ,
ਪਰ ਇਹ ਤੇ ਦੇ ਰਹੇ ਤਨਖਾਹਾਂ ਦੇਣ ਲਈ, ਪਰ ਜਦੋਂ ਇਹ ਬਣੀ ਆ ਉਦੋਂ 3-3 ਕਰੋੜ 2-2 ਕਰੋੜ ਕੈਸ਼ ਕਿਉਂ ਮੰਗਾਉਂਦੇ ਰਹੇ? ਕੈਸ਼ ਜੋ ਵੀਸੀ ਸਾਹਿਬ ਨੂੰ ਵਜ੍ਹਾ, ਉਹਦੀ ਵਜ੍ਹਾ ਸਾਨੂੰ ਪਤਾ ਲੱਗਣੀ ਚਾਹੀਦੀ ਹੈ। ਫਿਰ ਉੱਥੇ ਬਣਿਆ ਕੀ ਹੈ? ਤੋ ਸਾਡੀ ਜਿਹੜੀ ਲੀਡਰਸ਼ਿਪ ਆ ਇਹਦੀ ਜਿਹੜੀ ਲੁੱਟ ਖਸੁੱਟ ਦੇ ਜਿਹੜੇ ਤਰੀਕੇ ਨੇ ਉਹ ਹਜ਼ਮ ਨਹੀਂ ਹੋ ਰਹੇ। ਮੈਂ ਤੁਹਾਨੂੰ ਸਹੀ ਗੱਲ ਦੱਸਦਾ ਹਾਂ, ਅਸੀਂ ਲੀਡਰਸ਼ਿਪ ਦੀ ਵਜ੍ਹਾ ਨਾਲ ਮਾਰ ਖਾ ਗਏ। ਇੱਕ ਸਮਾਂ ਸੀ ਜਦੋਂ ਖਾਲਸਾ ਕਾਲਜ ਬਣਿਆ, ਸਾਡੇ ਵੱਡੇ ਵੱਡੇ ਸਰਦਾਰਾਂ ਨੇ ਦਾਨ ਦੇ ਕੇ ਬਣਾਇਆ, ਜ਼ਮੀਨਾਂ ਦਾਨ ਕੀਤੀਆਂ। ਅੱਜ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਨਾਂ ਦੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ, ਉਹ ਸਾਰੀ ਦੀ ਸਾਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਖਾਲਸਾ ਕਾਲਜ ਦੀ ਜ਼ਮੀਨ 'ਚ ਬਣੀ ਹੈ। ਓਕੇ। ਖਾਲਸਾ ਕਾਲਜ ਨੂੰ ਉਹਦੇ ਬਦਲੇ 50 ਜਾਂ 52 ਹਜ਼ਾਰ ਰੁਪਈਆ ਉਸ ਸਮੇਂ ਏਕੜ ਦਾ ਦਿੱਤਾ ਗਿਆ, ਉਹਦੀਆਂ ਐਫਡੀਆਂ ਬਣੀਆਂ ਹੋਈਆਂ। ਉਹ ਜਿਹੜਾ ਖਾਲਸਾ ਕਾਲਜ, ਉਹਦੀ ਅੱਜ ਵੀ ਜ਼ਮੀਨ ਬਹੁਤ ਆ, ਉਹਦੀ ਇਨਕਮ ਬਹੁਤ ਆ, ਤੇ ਉਹ ਅੱਜ ਇੱਕ ਕੁੜਮਾਂ ਨੂੰ ਸੌਂਪ ਦਿੱਤਾ ਗਿਆ। ਸਾਡਾ ਬਹੁਤ ਵੱਡਾ ਅਦਾਰਾ ਸੀ ਜਿਹੜਾ ਕੌਮ ਦਾ, ਉਹ ਅੱਜ ਕੁੜਮਾਂ ਦੀ ਪ੍ਰਾਪਰਟੀ ਬਣ ਗਿਆ, ਬਾਦਲ ਦੇ ਕੁੜਮਾਂ ਦੀ। ਇਹ ਤਾਰੀਖ ਦਾ ਹੱਕਦਾਰ ਹੈ ਆਪਣਾ ਅਮਰਿੰਦਰ ਸਿੰਘ, ਜਿਹਨੇ ਇਹ ਆਉਂਦਿਆਂ ਯੂਨੀਵਰਸਿਟੀ ਉਹਦੀ ਰੱਦ ਕਰ ਦਿੱਤੀ ਬਿੱਲ ਪਾ ਕੇ, ਨਹੀਂ ਤੇ ਉਹ ਇਹਦੀ ਨਿੱਜੀ ਜਾਇਦਾਦ ਬਣ ਚੁੱਕੀ ਸੀ। ਖਾਲਸਾ ਕਾਲਜ ਉਹਨੇ ਇੱਕ ਯੂਨੀਵਰਸਿਟੀ ਦੇ ਰੂਪ ਚ ਬਣਾ ਕੇ ਤੇ ਬਿੱਲ ਪਾਸ ਕਰਵਾ ਲਿਆ ਸੀ ਬਾਦਲ ਤੋਂ, ਪਰ ਉਹ ਇਹਨਾਂ ਨੇ ਰੱਦ ਕਰ ਦਿੱਤੀ। ਉਹ ਬਹੁਤ ਚੰਗਾ ਕੰਮ ਸੀਗਾ। ਉਹ ਖਾਲਸਾ ਕਾਲਜ ਬਣਿਆ, ਉਹਦੇ ਨਾਲ ਬਣਿਆ ਬੇਰਿੰਗ ਕਾਲਜ, ਈਸਾਈ ਵੀਰਾਂ ਨੇ ਬਣਾਇਆ, ਉਹਦੇ ਨਾਲ ਬਣਿਆ DAV ਕਾਲਜ, ਹਿੰਦੂ ਵੀਰਾਂ ਨੇ ਬਣਾਇਆ। ਅੱਜ DAV ਕਾਲਜ ਤੇ ਉਹਨਾਂ ਦੀਆਂ ਸੰਸਥਾਵਾਂ, ਉਹਨਾਂ ਦੇ ਸਕੂਲ ਆਲ ਵਰਲਡ ਚ ਛਾ ਗਏ ਜੀ। ਸਾਡਾ ਖਾਲਸਾ ਕਾਲਜ ਸੁਰੱਖਿਅਤ ਨਹੀਂ। ਬੇਰਿੰਗ ਕਾਲਜ, ਉਹਨਾਂ ਦੇ ਈਸਾਈ ਵੀਰਾਂ ਦੇ ਸਕੂਲ, ਅੱਜ 13% ਉਹਨਾਂ ਦੀ ਆਬਾਦੀ ਨਹੀਂ ਪੰਜਾਬ 'ਚ, 100% ਉਹ ਸਾਨੂੰ ਸਿੱਖਿਆ ਦੇ ਰਹੇ। ਫਿਰ ਫੀਸਾਂ ਮਾਫ ਵੀ ਕਰ ਰਹੇ ਆ, ਫਿਰ ਉਹ ਪੈਸੇ ਵੀ ਕਮਾ ਰਹੇ ਆ, ਰਿਜ਼ਲਟ ਬਹੁਤ ਚੰਗੇ ਨੇ। ਫਿਰ ਸਾਡੀ ਸੰਸਥਾ 'ਚ ਇਹ ਕਮੀ ਕਿਉਂ? ਹਸਪੀਟਲ ਤੇ ਸਾਰਿਆਂ ਦੇ, DMC ਦੇ ਨਾਲ CMC ਲੁਧਿਆਣੇ 'ਚ ਕਿੰਨਾ ਸੇਵਾ ਕਰ ਰਹੇ, ਲੇਕਿਨ ਗੁਰੂ ਰਾਮਦਾਸ ਜੀ ਦੇ ਹਸਪੀਟਲ ਦੇ ਵਿੱਚ ਜਿਹੜੇ ਰਿਜ਼ਲਟ ਨੇ ਉਹ ਸਾਨੂੰ ਸ਼ਰਮਸਾਰ ਕਰਦੇ ਨੇ, ਬਹੁਤ ਨਿਰਾਸ਼ਾਜਨਕ ਨੇ। ਤੋ ਅਸੀਂ ਇਹ ਪੈਸਾ ਕਿੱਥੇ ਯੂਜ਼ ਕਰ ਰਹੇ ਹਾਂ? ਜੇ ਘਾਟਾ ਪੈ ਗਿਆ ਤੇ ਗੁਰੂ ਰਾਮਦਾਸ ਹਸਪੀਟਲ 'ਚ ਪੈ ਗਿਆ। ਜਿਹੜਾ ਟਰਸਟ ਆ, ਜਿਹੜਾ ਤੁਹਾਡਾ ਨਿੱਜੀ ਬਣਿਆ ਹੋਇਆ, ਉਹ ਗੁਰੂ ਰਾਮਦਾਸ ਜੀ ਦੇ ਦਰ ਤੋਂ 1.5 ਕਰੋੜ ਰੁਪਇਆ ਡੋਨੇਸ਼ਨ ਦੇ ਦਿਓ ਜੀ, ਉਹ ਚਟਮ ਕਰ ਗਏ। ਇੱਧਰ ਯੂਨੀਵਰਸਿਟੀ ਨਹੀਂ ਚੱਲ ਰਹੀ, 1.5 ਕਰੋੜ ਰੁਪਇਆ ਇੱਧਰ ਦੇ ਦਿਓ ਜੀ, ਚਟਮ ਕਰ ਗਏ। ਤਾਂ ਮੈਂ ਹੈਰਾਨ ਆ ਕਿ ਸਭ ਤੋਂ ਵੱਡਾ ਸਾਡੇ ਸੰਕਟ ਆਇਆ 84 'ਚ ਬਲੂ ਸਟਾਰ 'ਚ। ਬਲੂ ਸਟਾਰ 'ਚ ਸੰਗਤ ਦੇ ਕੋਲ ਨਾ ਪੈਸਾ ਰਿਹਾ ਨਾ ਬੰਦਾ ਰਿਹਾ, ਜਾਨੀ ਮਾਲੀ ਤੇ ਅਖਲਾਕੀ ਨੁਕਸਾਨ ਹੋਇਆ। ਉਸ ਸਮੇਂ ਵੀ ਸਾਨੂੰ ਇਹ ਪੈਸਿਆਂ ਦਾ ਸੰਕਟ ਨਹੀਂ ਸੀ ਸਾਹਮਣਾ ਕਰਨਾ ਪਿਆ। ਉਸ ਸਮੇਂ ਵੀ ਸਾਨੂੰ ਜਦੋਂ ਇਹ ਫੌਜ ਨੇ ਚਾਰਜ ਛੱਡਿਆ, ਉਦੋਂ ਪ੍ਰਬੰਧਕ ਕਮੇਟੀ ਨੇ ਉੱਤੇ ਕੇਸ ਕੀਤਾ ਤੇ 10 ਕਰੋੜ ਰੁਪਈਆ ਉੱਥੇ ਅੱਜ ਵੀ ਸਾਡੀ ਫੀਸ ਜਿਹੜੀ ਆ ਸੁਪਰੀਮ ਕੋਰਟ 'ਚ ਜਮ੍ਹਾਂ ਹੈ, ਪੁਰਾਣੇ ਟਾਈਮ ਦੀ 84 ਦੀ 85 ਦੀ 84 ਐਂਡ ਜਾਂ 85 ਦੀ। ਉਹ 10 ਕਰੋੜ ਰੁਪਈਆ 10,000 ਕਰੋੜ ਦੇ ਦਾਅਵੇ ਦੀ 1% ਫੀਸ ਹੈ, ਤੇ 10 ਕਰੋੜ ਉਸ ਸਮੇਂ ਦਿੱਤਾ ਹੈ ਜਦੋਂ 4 ਮਹੀਨੇ ਸਾਨੂੰ ਜੂਝਦਿਆਂ ਨੂੰ ਹੋ ਗਏ ਸੀ। ਤਨਖਾਹਾਂ ਵੀ ਦਿੱਤੀਆਂ ਕਿਸੇ ਦੇ, ਪਰ ਅੱਜ ਜਿਹੜੇ ਜਿਨ੍ਹਾਂ ਦੀ ਤਨਖਾਹ ਲੱਖ ਤੋਂ ਪਲੱਸ ਆ, 50-75 ਤੋਂ ਪਲੱਸ ਆ, ਉਹ ਤੇ ਤਨਖਾਹਾਂ ਲੈ ਰਹੇ ਨੇ, ਗੱਡੀਆਂ ਵੀ ਚਲਾ ਰਹੇ ਨੇ। ਪਰ ਜਿਹੜਾ ਮੁਲਾਜ਼ਮ ਗਰੀਬ ਆ ਉਹਨੂੰ ਛੁੱਟੀ ਦੇ ਰਹੇ ਨੇ, ਉਹਨੂੰ 500 ਰੁਪਇਆ ਦੇ ਕੇ ਟਰਕਾ ਰਹੇ ਨੇ। ਉਹਦਾ ਜਿਹੜਾ ਮਕਾਨ ਦਾ ਕਿਰਾਇਆ ਉਹ 12 ਦੀ ਬਜਾਏ 2400 ਕੱਟ ਰਹੇ ਨੇ। ਤੋ ਇਹ ਸਿਸਟਮ ਦੇ ਵਿੱਚ ਨਹੀਂ ਹੈਗੇ। ਇੱਕ ਲੁੱਟਿਆ ਤੇ ਇਹ ਲੁੱਟ ਪਾਈ ਹੋਈ ਹੈ ਇੱਕ ਪਰਿਵਾਰ ਨੇ, ਜਿਹੜਾ ਆਪਣੀ ਮਰਜ਼ੀ ਤੋਂ ਬਿਨਾਂ ਕਿਸੇ ਦੀ ਉੱਥੇ ਚੱਲਣ ਨਹੀਂ ਦਿੰਦਾ। ਹਾਂਜੀ, ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣਾਇਆ ਤਾਂ ਕਿ ਪ੍ਰਬੰਧਾਂ ਦੀ ਨਿਗਰਾਨੀ ਰੱਖੀ ਜਾਵੇ, ਜੇ ਕੋਈ ਕਮੀਆਂ ਨੇ ਉਹਦੇ ਵਿੱਚ ਬੰਦਾ ਕੋਈ ਸ਼ਿਕਾਇਤਾਂ ਦਰਜ ਕਰਾ ਸਕਦਾ। ਮੈਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੇ ਜੋ ਕਿ ਅਕਾਲੀ ਦਲ ਬਾਦਲ ਦੇ ਨਾਲ ਚੱਲਦੇ ਨੇ, ਉਹਨਾਂ ਨੇ ਆਫ ਦੀ ਰਿਕਾਰਡ ਦੱਸਿਆ ਕਿ ਟੌੜਾ ਸਾਹਿਬ ਦੇ ਟਾਈਮ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਸ਼ਿਕਾਇਤਾਂ ਕਰਨਾ ਬੜਾ ਆਸਾਨ ਸੀ ਔਰ ਬੜਾ ਸਸਤਾ ਸੀ, ਵੀ ਇੱਕ ਆਮ ਗਰੀਬ ਤੋਂ ਗਰੀਬ ਬੰਦਾ ਵੀ 1 ਰੁਪਈਆ ਜਾਂ ਕੁਛ ਰੁਪਈਏ ਦੇ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਸੀ। ਅੱਜ ਉੱਥੇ ਹਜ਼ਾਰਾਂ ਰੁਪਏ ਫੀਸ ਲਈ ਜਾਂਦੀ, ਆਮ ਬੰਦੇ ਦੀ ਪਹੁੰਚ ਤੋਂ ਪਰੇ ਹੋ ਗਿਆ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇੱਕ ਆਮ ਬੰਦੇ ਤੋਂ ਇਹ ਫੀਸ ਲੈ ਕੇ ਵੀ ਉਹਨੂੰ ਜਸਟਿਸ ਨਹੀਂ ਮਿਲਦਾ ਜੀ। ਇੱਕ ਤਾਂ ਜੁਡੀਸ਼ੀਅਲ ਕਮਿਸ਼ਨ ਜਿਹੜਾ ਕਰਪਸ਼ਨ ਦਾ ਅੱਡਾ ਬਣ ਗਿਆ। ਜਿਹੜੇ ਸਾਡੇ 80 ਗੁਰਦੁਆਰੇ ਨੇ, 81 ਗੁਰਦੁਆਰੇ ਨੇ ਜਿਹੜੇ ਹਿਸਟੋਰੀਕਲੀ ਨੇ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਕਰਦੀ ਹੈ ਸਿੱਧੀ ਡਾਇਰੈਕਟਲੀ। 401 ਗੁਰਦੁਆਰਾ ਜਿਹੜੇ ਹਿਸਟੋਰੀਕਲੀ ਨੇ
ਪਰ ਲੋਕਲ ਕਮੇਟੀਆਂ ਨੇ ਪਿੰਡਾਂ ਦੀਆਂ ਜਾਂ ਪਿੰਡਾਂ 'ਚ ਜਿਹੜੇ ਹਿਸਟੋਰੀਕਲੀ ਗੁਰਦੁਆਰੇ ਨੇ ਉਹਨਾਂ ਦੇ ਨਾਲ ਜ਼ਮੀਨ ਆ, ਉਹਨਾਂ ਨਾਲ ਜਾਇਦਾਦਾਂ ਨੇ, ਪਰ ਲੋਕਲ ਕਮੇਟੀਆਂ ਨੇ। ਠੀਕ ਹੈ। ਲੋਕਲ ਕਮੇਟੀਆਂ ਜਿਹੜੀਆਂ ਨੇ ਉਹ ਪ੍ਰਬੰਧਕ ਕਮੇਟੀ ਨੂੰ ਆਪਣੀ ਆਮਦਨ ਦਾ ਦਸਵੰਧ ਦਿੰਦੀਆਂ ਨੇ। ਓਕੇ। ਉਹ ਦੀ ਗੋਲਕ ਜਿਹੜੀ ਆ ਉਹ ਖੋਲਦਾ ਆ ਕੇ ਇੰਸਪੈਕਟਰ ਇਥੋਂ ਅੰਮ੍ਰਿਤਸਰ ਤੋਂ ਜਾ ਕੇ। ਜੁਡੀਸ਼ੀਅਲ ਕਮਿਸ਼ਨ ਦਾ ਜਾਂ ਸ਼੍ਰੋਮਣੀ ਨਹੀਂ, ਕਮੇਟੀ ਦਾ ਉਹ ਜਿਹੜਾ ਕਮਿਸ਼ਨ ਦਾ ਉਹਦੇ ਨਾਲ ਨਹੀਂ ਸੰਬੰਧ ਹੁੰਦਾ, ਇਹ ਪ੍ਰਬੰਧਕ ਕਮੇਟੀ ਦਾ, ਕਿਉਂਕਿ ਉਹ ਜਦੋਂ ਗੋਲਕ ਖੋਲਦਾ ਆ, ਚਾਬੀ ਲਾਉਂਦਾ ਆ ਤੇ ਗੋਲਕ ਖੁਣ ਕੇ ਗਿਣੀ ਜਾਂਦੀ ਆ। ਫਿਰ ਉਹਨਾਂ ਦੇ ਜਿਹੜੇ ਖਰਚੇ ਹੁੰਦੇ ਉਹਨਾਂ ਦੇ ਪਾਸ ਕਰਨੇ, ਸਾਈਨ ਕਰਨੇ, ਉਹ ਸਾਈਨ ਕਰਨ ਦੇ ਵੀ ਪੈਸੇ ਲੈਂਦੇ ਆ। ਅੱਛਾ। ਤੇ ਜਿਹੜੇ ਪੈਸੇ ਦਿੰਦੇ ਨੇ ਗੁਰੂ ਦੀ ਗੋਲਕ ਚੋਂ ਦਿੰਦੇ ਨੇ। ਤੇ ਮੈਨੂੰ ਮੀਟਿੰਗ ਦੇ ਵਿੱਚ ਬੋਲ ਕੇ ਇੱਕ ਪ੍ਰਧਾਨ ਨੇ ਕਿਹਾ ਕਿ ਅਸੀਂ ਗੁਨਾਹਗਾਰ ਆ ਇਸ ਕਰਕੇ ਕਿਉਂਕਿ ਅਸੀਂ ਰਿਸ਼ਵਤ ਦਿੰਦੇ ਆ ਤੇ ਉਹ ਵੀ ਗੁਰੂ ਦੀ ਗੋਲਕ ਚੋਂ ਦਿੰਦੇ ਆ, ਕਿਉਂਕਿ ਅਸੀਂ ਜੇਬ ਚੋਂ ਨਹੀਂ ਦੇ ਸਕਦੇ। ਜੇ ਨਹੀਂ ਦਿੰਦੇ ਤਾਂ ਉਹ ਬਿੱਲ ਨਹੀਂ ਪਾਸ ਕਰਦੇ, ਅਸੀਂ ਬਿੱਲ ਕਿੱਥੋਂ ਦਈਏ? ਪੱਖੇ, ਬਿਜਲੀ, ਇੰਨਾ ਜ਼ਿਆਦਾ। ਫਿਰ ਉਹ ਜਿਹੜਾ ਗੁਰਦੁਆਰਾ ਹੈ, ਜੇ 4 ਪੈਸੇ ਆਮਦਨ ਹੋ ਜਾਵੇ ਵਧੀਆ, ਤੇ ਉਹਨੂੰ ਇਹ ਇਲੈਕਸ਼ਨ ਜੁਡੀਸ਼ੀਅਲ ਕਮਿਸ਼ਨ ਦੇ ਥਰੂ ਉੱਤੇ ਕਬਜ਼ਾ ਕਰ ਲੈਂਦੇ ਆ। ਇਲੈਕਸ਼ਨ ਕਮਿਸ਼ਨ ਜਿਹੜਾ ਉੱਥੇ ਰਿਸੀਵਰ ਬਿਠਾ ਦਿੰਦਾ। ਰਿਸੀਵਰ ਫਿਰ ਦੋਵਾਂ ਨੂੰ ਇਲੈਕਸ਼ਨ ਕਮਿਸ਼ਨ ਜਾਂ ਜੁਡੀਸ਼ੀਅਲ ਕਮਿਸ਼ਨ ਜੁਡੀਸ਼ੀਅਲ ਕਮਿਸ਼ਨ ਜਿਹੜਾ ਉਹ ਤੇ ਹੁਕਮ ਚਾੜ ਕੇ ਤੇ ਉੱਥੇ ਰਿਸੀਵਰ ਬਿਠਾ ਦਿੰਦਾ। ਰਿਸੀਵਰ ਫਿਰ ਦੋਵਾਂ ਨੂੰ ਰਜ਼ਾਉਂਦਾ, ਘਰ ਉਹਨਾਂ ਦੇ ਭੱਤਾ ਦੇ ਕੇ ਆਉਂਦਾ। ਠੀਕ ਹੈ ਜੀ। ਇਹ ਜਿਹੜੀ ਕਰਪਸ਼ਨ ਆ ਇਹ ਜੁਡੀਸ਼ੀਅਲ ਕਮਿਸ਼ਨ 'ਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਤੇ ਗੁਰਦੁਆਰਿਆਂ ਦੇ ਝਗੜੇ, ਲੋਕਲ ਗੁਰਦੁਆਰਿਆਂ ਜਿਹੜੇ ਸੇਵਾ ਦਾ ਭਾਵਨਾ ਨਾਲ ਕੰਮ ਕਰਨਾ ਚਾਹੁੰਦੇ ਉਹਨੂੰ ਨਹੀਂ ਕਰਨ ਦਿੱਤਾ ਜਾਂਦਾ, ਤਾਂ ਆਪ ਕਰ ਨਹੀਂ ਸਕਦੇ। ਤੋ ਇਹ ਜਿਹੜੀ ਬਦਅਮਨੀ ਆ, ਬਦ ਅਖਲਾਕੀ ਆ, ਤੇ ਇਹ ਉਹਦੇ ਨਾਲ ਕਰਪਸ਼ਨ ਵੀ ਵਧੀ ਆ ਤੇ ਇੱਕ ਬਦਅਮਨੀ ਵੀ ਵਧੀ। ਤੁਹਾਨੂੰ ਨਹੀਂ ਲੱਗਦਾ ਕਿ ਕਰੋਨਾ ਜਿਹੜਾ ਸੀ ਐਸਜੀਪੀਸੀ ਲਈ ਜਾਂ ਜਿਹੜੇ ਭ੍ਰਿਸ਼ਟ ਲੋਕ ਸੀ ਉਹਨਾਂ ਲਈ ਵਰਦਾਨ ਸਾਬਤ ਹੋਇਆ, ਕਿਉਂਕਿ ਇਹਨਾਂ ਨੇ ਸਿੱਧੇ ਤੌਰ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਔਰ ਖਰਚਾ ਕੋਈ ਕੀਤਾ ਨਹੀਂ ਇਹਨਾਂ ਨੇ ਕਰੋਨਾ ਵਾਇਰਸ। ਮੈਂ ਤੇ ਅਕਾਲਪੁਰ ਸੱਚੇ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਜਿੰਨਾ ਪੈਸਾ ਆਉਂਦਾ ਸੀ ਨਾਲ ਖਤਮ ਕਰੀ ਜਾ ਰਹੇ, ਇਹਨਾਂ ਕੋਲ ਪੂੰਜੀ ਹੈ ਨਹੀਂ। ਸੰਕਟ ਆਉਣ ਤੇ ਇਹ ਕਿਤੇ ਕਰੋੜ ਰੁਪਈਆ ਨਹੀਂ ਕੱਢ ਸਕਦੇ। ਇਹ ਲੋਕਾਂ ਨੂੰ ਪਤਾ ਲੱਗ ਗਿਆ, ਸਿੱਖਾਂ ਨੂੰ ਪਤਾ ਲੱਗ ਗਿਆ। ਅੱਜ ਸਿੱਖ ਜੇ ਇਹ ਗੁਰੂ ਦੀ ਗੋਲਕ 'ਚ ਪਾਉਣਾ ਤੇ 1 ਰੁਪਈਆ ਪਾਉਣ ਗੁਰੂ ਦੀ ਭੇਟਾ, 10,000 ਨਾ ਪਾਉਣ, ਜਾਂ ਲੰਗਰ ਦੇ ਵਿੱਚ ਰਾਸ਼ਨ ਪਾਉਣ। ਜਿਹੜੀ ਚੀਜ਼ ਚਾਹੀਦੀ ਉਹ ਦੇ ਦੇਣ। ਜੇ ਉਹੀ ਵੇਚ ਗਏ, ਜੇ ਉਹ ਵੇਚ ਜਾਣਗੇ, ਚਲੋ ਇੱਕ ਘੱਟੋ ਘੱਟ ਜਿਹੜਾ ਅੰਦਾਜ਼ਾ ਅਸੀਂ ਦੋਸ਼ੀ ਨਹੀਂ ਅਖਾਉਂਦੇ ਕਿ ਇਹ ਲੰਗਰ ਵੀ ਮਨਾ ਕਰ ਰਹੇ ਨੇ, ਤਾਂ ਜੋ ਵੇਚਦੇ ਪਏ ਨੇ ਅੱਜ ਵੀ ਵੇਖਦਾ ਪਿਆ, ਅੱਜ ਵੀ ਲੰਗਰਾਂ ਦਾ ਰਾਸ਼ਨ ਵੇਚਦਾ ਪਿਆ, ਹਲਵਾਈਆਂ ਕੋਲ ਜਾਂਦਾ ਪਿਆ, ਵੇਚਦੇ ਪਏ ਨੇ, ਮੈਨੂੰ ਚੰਗੀ ਤਰ੍ਹਾਂ ਪਤਾ। ਪਰ ਇਹ ਛੋਟੀ ਕਰਪਸ਼ਨ ਹੈ। ਠੀਕ ਹੈ। ਇਹ ਉਹ ਕਰਪਸ਼ਨ ਨਹੀਂ ਕਿ ਜਿਹਦੇ ਅੱਜ ਲੰਗਰ ਤੁਸੀਂ ਚੰਗਾ ਬਣਾ ਕੇ ਖਾ ਲਓ, ਉਹਦੇ ਨਾਲ ਕੋਈ ਘਾਟਾ ਨਹੀਂ ਪੈਂਦਾ। ਤੁਸੀਂ ਵੈਰਾਈਟੀ ਬਣਾ ਕੇ ਚੰਗੀ ਖਾ ਲਓ, ਉਹਦੇ ਨਾਲ ਕੋਈ ਘਾਟਾ ਨਹੀਂ ਪੈਂਦਾ। ਤੋ ਇਹ ਜਿਹੜਾ ਤੁਸੀਂ ਗੱਫਿਆਂ ਦੇ ਗੱਫੇ ਕੱਢਦੇ ਹੋ ਵਿੱਚੋਂ, ਇਹ ਮੂਲ ਦੇ ਵਿੱਚੋਂ ਕੱਢਦੇ, ਉਹਦੇ ਨਾਲ ਸਾਡਾ ਨੁਕਸਾਨ ਹੁੰਦਾ। ਅਸੀਂ ਇਹ ਜਿਹੜੀ ਪ੍ਰਬੰਧਕ ਕਮੇਟੀ ਆ, ਇਹਦੇ ਕੋਲ 20,000 ਏਕੜ ਜ਼ਮੀਨ ਆ ਜਿਹਦੀ ਆਮਦਨ ਦਿਸਣੀ ਚਾਹੀਦੀ ਆ, RTI ਪਾਈਏ ਤੇ ਦੇਣੀ ਚਾਹੀਦੀ ਆ, ਪਰ ਉਹ ਨਹੀਂ ਦੇ ਰਹੇ, ਉਹ ਕਿਸੇ ਨੂੰ ਨਹੀਂ ਦੇ ਰਹੇ, ਦੱਸ ਨਹੀਂ ਰਹੇ। ਨੰਬਰ 2 ਤੇ ਸਾਡੀ 8,000 ਕੁਇੰਟਲ ਕਣਕ ਜਿਹੜੀ ਔਸਤ ਜਿਹੜੀ ਆ ਸਾਲ ਬਾਅਦ ਆਪਣੇ ਆਪ ਡੋਨੇਸ਼ਨ ਆਉਂਦੀ ਆ, ਗੁਰੂ ਰਾਮਦਾਸ ਲੋਕ ਭੇਜ ਦਿੰਦੇ ਆ, ਮੱਥਾ ਟੇਕਣ ਆਉਂਦੇ ਦੇ ਕੇ ਜਾਂਦੇ। ਹਾਂਜੀ ਹਾਂਜੀ। ਜਿਹਨਾਂ ਸੁੱਖਿਆ ਹੁੰਦਾ ਜੀ। ਸੋ 8,000 ਏਕੜ ਦੇ ਕਰੀਬ ਹੀ ਜਿਹੜੇ ਨਿੱਜੀ ਫਾਰਮ ਨੇ ਉਹਨਾਂ ਚੋਂ ਆਉਂਦੀ, ਜਿਹੜੇ ਪ੍ਰਬੰਧਕ ਕਮੇਟੀ ਦੇ ਨਿੱਜੀ ਫਾਰਮ ਹੈ। ਤਾਂ ਪਰ ਇਹ ਜਿਹੜਾ ਇਹ ਕਣਕ ਜਾਂਦੀ ਕਿੱਥੇ ਯਕਦਮ, ਉਹਨੂੰ ਕਿੱਥੇ ਸਾਂਭ ਲੈਂਦੇ ਨੇ, ਉਹਦੀ ਰਕਮ ਕਿੱਥੇ ਜਾਂਦੀ ਆ, ਇਹ ਤੇ ਕਿੰਨੀ ਦੇਰ ਉਹ ਚੱਲਦੀ ਆ, ਇਹਦੇ ਬਾਰੇ ਇਹ ਕਲੀਅਰ ਨਹੀਂਗਾ ਸਾਰਾ ਕੁਝ। ਮੇਰਾ ਆਖਰੀ ਕੁਐਸਚਨ, ਜਿਸ ਕਿਸਮ ਨਾਲ ਤੁਸੀਂ ਗੱਲਾਂ ਦੱਸੀਆਂ ਵੀ ਇੰਨਾ ਕਰਪਸ਼ਨ ਆ, ਪੈਰ ਤੇ ਕਰਪਸ਼ਨ ਦੀਆਂ ਗੱਲਾਂ ਕੀਤੀਆਂ ਉੱਪਰ ਤੋਂ ਲੈ ਕੇ ਥੱਲੇ ਤੱਕ, ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰੀ ਪ੍ਰਬੰਧਾਂ ਨਾਲੋਂ ਜਿਹੜਾ ਕਰਪਸ਼ਨ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜ਼ਿਆਦਾ ਹੈ? ਬਹੁਤ ਜ਼ਿਆਦਾ। ਸਰਕਾਰੀ ਪ੍ਰਬੰਧ ਜਿਹੜੀ ਕਰਪਸ਼ਨ ਹੈ ਨਾ ਸਰਕਾਰੀ ਕੰਮਾਂ 'ਚ, ਉਹਦੇ 'ਚ ਇੱਕ ਚੈੱਕ ਲੱਗਾ ਹੋਇਆ ਜਾਂ ਉਹਦੇ 'ਚ ਡਰ ਆ ਕਿਸੇ ਨੂੰ ਵੀ ਮੈਂ ਇਹ ਤੋਂ ਵੱਧ ਕੁਝ ਕਰੂੰਗਾ ਤੇ ਮੈਂ ਮਾਰਿਆ ਜਾਊਂਗਾ, ਮੇਰੀ ਨੌਕਰੀ ਜਾਊਗੀ। ਪਰ ਇੱਥੇ ਤੇ ਮੈਂ ਪਿਛਲੀ ਵਾਰੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਇੱਕ ਬੰਦਾ ਆ, ਉਹਨੂੰ ਤੁਸੀਂ ਉਹ ਹੁੰਦਾ ਆ ਆਪਣਾ ਸਸਪੈਂਡ ਹੁੰਦਾ ਹੈ, ਤੇ ਉਹ ਸਸਪੈਂਡ ਹੋਣ ਤੋਂ ਬਾਅਦ ਪ੍ਰਮੋਸ਼ਨ ਲੈ ਕੇ ਆਉਂਦਾ ਜੀ, ਫਿਰ ਸਸਪੈਂਡ ਹੁੰਦਾ, ਫਿਰ ਪ੍ਰਮੋਸ਼ਨ ਲੈ ਕੇ ਆਉਂਦਾ, ਫਿਰ ਸਸਪੈਂਡ ਹੁੰਦਾ, ਫਿਰ ਪ੍ਰਮੋਸ਼ਨ ਲੈ ਕੇ ਆਉਂਦਾ ਸ਼੍ਰੋਮਣੀ ਕਮੇਟੀ 'ਚ। ਤੋ ਭ੍ਰਿਸ਼ਟਾਚਾਰ ਕਰਕੇ ਸਸਪੈਂਡ ਹੋਣ ਨਾਲ ਪ੍ਰਮੋਸ਼ਨ ਲੈ ਕੇ ਆਉਂਦਾ।
ਤੋ ਇਹ ਜਗਜਾਰ ਗੱਲ ਆ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੰਗਤ ਚਾਹਵੇ ਤੇ ਬਚਾ ਸਕਦੀ ਹੈ। ਪ੍ਰਬੰਧਕ ਕਮੇਟੀ ਦਿੱਲੀ ਤੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਇਹ ਦੋਵੇਂ ਉਜੜ ਗਈਆਂ। ਇਹਨਾਂ ਦੀਆਂ ਜ਼ਮੀਨਾਂ ਦਾਅ ਤੇ ਲੱਗੀਆਂ ਪਈਆਂ, ਇਹਨਾਂ ਤੇ ਕਰਜ਼ਾ ਬਹੁਤ ਹੈ। ਇੱਕ ਜਿਹੜੀ ਇਹਨਾਂ ਨੂੰ ਲੱਗਦਾ ਸੀ ਵੀ ਇੱਥੇ ਕਦੀ ਵੀ ਆਮਦਨ ਖਤਮ ਨਹੀਂ ਹੋਣੀ, ਆਮਦਨ ਰੁਕਣੀ ਨਹੀਂ, ਇਹ ਆਉਂਦੀ ਰਹਿਣੀ ਆ। ਉਹ ਕਰੋਨਾ ਨੇ ਉਹਨੂੰ ਜਗਜ਼ਾਰ ਕਰਤਾ ਤੇ ਇਹਦੀ ਇਹਨਾਂ ਨੂੰ ਆਸ ਨਹੀਂ ਸੀ। ਤੇ ਨਹੀਂ ਤੇ ਹੋ ਸਕਦਾ ਹੈ ਕਿ ਇਹ ਬੇਦਰਦੀ ਨਾਲ ਪੈਸਾ ਨਾ ਵਰਤਦੇ, ਰਹਿੰਦਾ ਇਹਨਾਂ ਚੀਜ਼ਾਂ ਕਿਤੇ ਨਾ ਕਿਤੇ ਪਿਆ ਰਹਿੰਦਾ। ਪਰ ਮੈਂ ਤੁਹਾਨੂੰ ਬਹੁਤ ਵੱਡਾ ਪ੍ਰੂਫ ਦਿੱਤਾ ਹੈ ਕਿ ਪ੍ਰਬੰਧਕ ਕਮੇਟੀ 6 ਮਹੀਨੇ ਸੰਕਟ ਦੇ ਵਿੱਚ ਰਹੀ। ਜਦੋਂ ਸਾਡਾ ਜਾਨੀ, ਮਾਲੀ ਤੇ ਅਖਲਾਕੀ ਨੁਕਸਾਨ ਹੋਇਆ ਬਲੂ ਸਟਾਰ 'ਚ ਜੀ, ਉਹ ਵੀ ਸੰਕਟ ਦੇ ਦਿਨਾਂ 'ਚ ਵੀ ਕੋਲੋਂ ਪੈਸੇ ਪ੍ਰਬੰਧਕ ਕਮੇਟੀ ਨੇ 10 ਕਰੋੜ ਰੁਪਇਆ ਫੀਸ ਦੇ ਕੇ ਕੇਸ ਕੀਤਾ। ਨਾਲੇ ਉਦੋਂ ਪੈਸਾ ਵੀ ਲੋਕਾਂ ਕੋਲ ਥੋੜਾ ਹੁੰਦਾ ਸੀ, ਥੋੜਾ ਸੀਗਾ ਤੇ ਕਮੇਟੀ ਨੇ ਮੰਗਿਆ ਨਹੀਂ, ਕਿਸੇ ਪ੍ਰੂਫ ਆ। ਤੇ ਅੱਜ ਵੀ ਉਹ ਪੈਸੇ ਰਕਮ ਸਾਡੀ ਸੁਪਰੀਮ ਕੋਰਟ 'ਚ ਪਈ ਹੈ। ਉਹਦੇ ਬਾਵਜੂਦ ਜਿੰਨੇ ਸਿੱਖ ਬਲੂ ਸਟਾਰ 'ਚ ਮਾਰੇ ਗਏ ਸਾਰਿਆਂ ਦੇ ਘਰਾਂ 'ਚ 10-10 ਹਜ਼ਾਰ ਰੁਪਇਆ ਦਿੱਤਾ। ਠੀਕ ਹੈ। ਜਿੰਨੇ ਸਿੱਖ ਬਲੂ ਸਟਾਰ 'ਚ ਮਾਰੇ ਗਏ ਸਾਰਿਆਂ ਦੇ ਘਰਾਂ 'ਚ ਪ੍ਰਬੰਧਕ ਕਮੇਟੀ ਨੇ 10-10 ਹਜ਼ਾਰ ਰੁਪਇਆ ਦਿੱਤਾ ਜੀ। ਹਾਂਜੀ, ਜਿੰਨੇ ਖਰਚੇ ਸੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਪਰ ਉਹ ਸੀਗੇ। ਗੁਰਦੁਆਰਿਆਂ ਦੇ ਕੋਲ ਬੈਫਟੀਆਂ ਸੀਗੀਆਂ ਤੇ ਉਹ ਕੰਮ ਆ ਗਈਆਂ। ਅੱਜ ਇਹਨਾਂ ਨੇ ਕਿਸੇ ਗੁਰਦੁਆਰੇ ਦੀ ਨਾ ਜ਼ਮੀਨ ਰਹਿਣ ਦਿੱਤੀ। ਇੱਕ ਪ੍ਰਬੰਧਕ ਕਮੇਟੀ ਐਕਟ ਹੈ ਜਿਹੜਾ ਅੰਮ੍ਰਿਤਸਰ ਦਾ ਹੋਵੇ, ਦਿੱਲੀ ਦਾ ਹੋਵੇ, ਉਹਦੇ 'ਚ ਗੁਰੂ ਘਰ ਦਾ ਸੋਨਾ ਤੇ ਜ਼ਮੀਨ ਇਹਦੀ ਸੇਵਾ ਸੰਭਾਲ ਹੋ ਸਕਦੀ, ਵੇਚੀ ਨਹੀਂ ਜਾ ਸਕਦੀ। ਪਰ ਇਹ ਤਬਾਦਲੇ ਵੀ ਹੋਏ ਤੇ ਵੇਚੀ ਵੀ ਤੇ ਖਰੀਦੀ ਵੀ। ਖਰੀਦਣ 'ਚ ਕਮਿਸ਼ਨਾਂ ਖਾਧੀਆਂ, ਵੇਚਣ 'ਚ ਗੱਫੇ ਲਏ ਪੂਰੇ। ਤੋਂ ਮੈਂ ਤੇ ਜਿਹੜਾ ਮੈਨੂੰ ਦੁੱਖ ਆ ਅੰਬ ਸਾਹਿਬ ਗੁਰਦੁਆਰਾ ਮੋਹਾਲੀ ਦਾ ਪ੍ਰਾਈਮ ਲੋਕੇਸ਼ਨ 'ਚ ਮੇਨ ਮਾਰਕੀਟ 'ਚ ਮੱਥਾ ਬਹੁਤ ਵੱਡਾ, ਉੱਥੇ ਬਾਦਲ ਨੇ ਆਪ ਸਰਕਾਰ ਦੇ ਮੁਖੀ ਹੁੰਦਿਆਂ ਹੋਇਆਂ ਇਹਨੂੰ ਮੱਕੜ ਤੋਂ ਇਹ ਜ਼ਮੀਨ ਹਾਸਲ ਕੀਤੀ ਗੁਰੂ ਘਰ ਦੀ। ਉੱਥੇ ਮਾਲ ਬਣਦਾ ਪਿਆ ਜੀ। ਸਰਕਾਰ ਨੂੰ ਵੇਚਤੀ ਸਰਕਾਰ ਨੂੰ ਜਦੋਂ ਪੁੱਡਾ ਨੂੰ ਵੇਚਤੀ, ਸਰਕਾਰ ਨੂੰ ਵੇਗੀ ਜੀ। ਤੋਂ ਪੁੱਡਾ ਨੂੰ ਜਦੋਂ ਵੇਗੀ ਤੇ ਉਦੋਂ ਬਾਦਲ ਸਾਹਿਬ ਨੇ ਪੁੱਡਾ ਨੂੰ ਹੁਕਮ ਦੇ ਕੇ ਆਪਣੇ ਚਹੇਤੇ ਦੇ ਨਾਂ ਦੀ ਆਪਸ਼ਨ ਕਰਵਾਤੀ। ਉੱਥੇ ਅੱਜ ਮਾਲ ਬਣਦਾ ਪਿਆ। ਇਹ ਵਜ੍ਹਾ ਕੀ ਹੈ? ਕਿਉਂ ਇਹ ਜ਼ਮੀਨਾਂ ਵਾਪਸ ਗੁਰੂ ਘਰ ਦੀਆਂ? ਮੈਂ ਕਹਿੰਦਾ ਜੀ ਇਹ ਅਕਾਲ ਤਖਤ ਜਿੱਦਣ ਸੁਤੰਤਰ ਹੁੰਦਾ ਹੈ, ਜ਼ਮੀਨਾਂ ਗਲ 'ਚ ਅੰਗੂਠਾ ਦੇ ਕੇ ਲਈਆਂ ਜਾ ਸਕਦੀਆਂ। ਦੁਨਿਆਵੀ ਕੋਰਟ ਨਹੀਂ ਲੈ ਸਕਦੀ, ਅਕਾਲ ਤਖਤ ਲੈ ਸਕਦਾ ਹੈ, ਮੇਰਾ ਦਾਵਾ। ਹਰਪ੍ਰੀਤ ਸਿੰਘ ਤਾਂ ਬੜੇ ਵਧੀਆ ਦਾਅਵੇ ਕਰਦੇ ਨੇ, ਅੱਜ ਕੱਲ੍ਹ ਬੋਲਦੇ ਵੀ ਬੜਾ ਸੋਹਣਾ ਨੇ ਜਥੇਦਾਰ ਅਕਾਲ ਤਖਤ। ਇਹਨਾਂ ਦੇ ਲੱਛੇਦਾਰ ਭਾਸ਼ਣ ਜਿਹੜੇ ਲੋਕਾਂ ਨੇ ਸੁਣ ਲਏ ਆ, ਪਰ ਜਦੋਂ ਦਾ ਇਹ ਬਣਿਆ ਕੋਈ ਇੱਕ ਪ੍ਰਾਪਤੀ ਦੱਸੇ ਜਿੱਤੇ ਇਹਨੇ ਚੰਦ ਚੜਾਇਆ ਹੋਵੇ, ਕੋਈ ਸਿੱਖ ਕੌਮ ਨੂੰ ਜਸਟਿਸ ਦਿੱਤਾ ਹੋਵੇ, ਕੋਈ ਮਸਲਾ ਕੌਮ ਦਾ ਅਕਾਲ ਤਖਤ ਆਇਆ ਹੋਵੇ ਉਹਨੂੰ ਹੱਲ ਕੀਤਾ ਹੋਵੇ। ਇਹ ਬਿਆਨਾਂ ਦੇ ਨਾਲ ਢਿੱਡ ਨਹੀਂ ਭਰਨਾ ਸਿੱਖਾਂ ਦਾ ਜੀ। ਇਹ ਜਿਹੜੀਆਂ PhDਆਂ ਦੇ ਦਾਅਵੇ ਕਰਦਾ, PhDਆਂ ਖੋਖਲੀਆਂ ਨੇ। ਕਦੀ ਵੀ ਕੁਰਾਨ ਸ਼ਰੀਫ ਦਾ ਹਿੰਦੀ ਵਿੱਚ ਪੜ੍ਹ ਕੇ ਤੁਸੀਂ ਤੇ ਉੱਤੇ PhD ਕਰ ਲਓ ਤੇ ਉਹ ਪ੍ਰਵਾਨ ਨਹੀਂ ਹੁੰਦੀ। ਜਿਨ੍ਹਾਂ ਨੂੰ ਫਾਰਸੀ ਦਾ ਗਿਆਨ ਨਹੀਂ, ਜਿਨ੍ਹਾਂ ਨੂੰ ਅਰਬੀ ਦਾ ਗਿਆਨ ਨਹੀਂ, ਉਹ ਕਹਿਣ ਮੈਂ PhD ਕਰ ਰਿਹਾ ਉਹਦੇ ਤੇ ਕੁਰਾਨ ਸ਼ਰੀਫ ਤੇ ਝੂਠ ਬੋਲਦਾ। ਠੀਕ ਹੈ। ਹਾਂ, ਇਹਦੀਆਂ PhDਆਂ ਦਾ ਨਾ ਸਾਡੀ ਸਿਹਤ ਤੇ ਕੋਈ ਅਸਰ ਨਹੀਂ। ਇਹ ਫਰਾਡ ਆ। ਜਗ੍ਹਾ ਮੱਲ ਕੇ ਬੈਠਾ ਤੇ ਬਿਠਾਇਆ ਜਿਹੜੇ ਨੂੰ ਚਲਾਉਂਦੇ ਪਏ ਅੱਜ ਵੀ, ਜਿਹੜੇ ਅੱਜ ਇਹ ਬਿਆਨ ਦਿੰਦਾ ਨਾ ਖਾਲਸਾ ਰਾਜ ਦੇ ਇਹ ਜਿਹੜੀਆਂ ਸੁਪਨੇ ਦਿਖਾਉਂਦਾ ਕੌਮ ਨੂੰ, ਇਹ ਬਿਆਨ ਸੁਖਵੀਰ ਕੋਲੋਂ ਲਿਖ ਕੇ ਆਉਂਦੇ ਆ, ਸਾਈਨ ਨਹੀਂ ਕਰਦਾ। ਠੀਕ ਹੈ। ਇਹਨੂੰ ਪਤਾ ਨਹੀਂ ਇਹ ਕਿੱਥੇ ਜਾ ਰਿਹਾ। ਇਹ ਵਿਕਾਊ ਬੰਦੇ ਨੇ, ਇਹ ਪੁਤਲੀ ਦੀ ਤਰ੍ਹਾਂ ਨੱਚਦੇ ਆ, ਤਾਰ ਪਿੱਛੋਂ ਹਿਲਦੀ ਹੈ ਜੀ। ਸਿੰਘ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਸ ਕਿਸਮ ਦੇ ਸਿੰਘ ਸਾਹਿਬ ਨੇ ਖੁਲਾਸੇ ਕੀਤੇ ਆ, ਬੜੇ ਹੈਰਾਨੀਜਨਕ ਤੇ ਔਰ ਨਿਰਾਸ਼ਾਜਨਕ ਵੀ ਨੇ ਕਿ ਇੰਨਾ ਤਗੜਾ ਕਰਪਸ਼ਨ ਇੱਕ ਧਾਰਮਿਕ ਸੰਸਥਾ ਦੇ ਵਿੱਚ, ਜਿੱਥੇ ਲੋਕ ਸੁੱਖਾਂ ਸੁੱਖਦੇ ਨੇ ਔਰ ਆਪਣੀਆਂ ਪਤਾ ਨਹੀਂ ਕਿਸ ਕਿਸਮ ਦੀਆਂ ਭਾਵਨਾਵਾਂ ਦੇ ਨਾਲ ਲੈ ਕੇ ਔਰ ਕਿੱਥੋਂ ਮਿਹਨਤ, ਹੱਡ ਭੰਨਵੀਂ ਮਿਹਨਤ ਕਰਕੇ ਉੱਥੇ 10 ਰੁਪਏ, 1 ਰੁਪਇਆ, 100 ਰੁਪਇਆ ਜਿੰਨੀ ਕਿਸੇ ਦੀ ਸ਼ਰਧਾ ਆ, ਉੱਥੇ ਹਰ ਇੱਕ ਬੰਦਾ ਬਿਨਾਂ ਕਿਸੇ ਡਾਊਟ ਤੋਂ, ਬਿਨਾਂ ਕਿਸੇ ਹਿਸਾਬ ਕਿਤਾਬ ਤੋਂ ਉੱਥੇ ਪੈਸਾ ਪਾ ਰਿਹਾ ਔਰ ਕਦੇ ਵੀ ਸਿੱਖਾਂ ਨੇ ਹਿਸਾਬ ਨਹੀਂ ਮੰਗਿਆ। ਇੰਨੀ ਸ਼ਰਧਾ ਔਰ ਇੰਨਾ ਪਿਆਰ ਉਸ ਸੰਸਥਾ ਪ੍ਰਤੀ ਸਿੱਖਾਂ ਦਾ ਹੈਗਾ, ਪਰ ਉਹ ਸੰਸਥਾ ਨੇ ਸਿੱਖਾਂ ਦਾ ਕਿੰਨਾ ਤਗੜਾ ਵਿਸ਼ਵਾਸ ਤੋੜਿਆ ਇਹ ਜੱਗ ਜ਼ਾਹਰ ਹੋ ਚੁੱਕਾ। ਔਰ ਇਹਦੇ ਵਿੱਚ ਹਿਸਟਰੀ ਰਚੀ ਗਈ ਕਿ ਕਰੋਨਾ ਨੇ ਵੀ ਆਪਣਾ ਯੋਗਦਾਨ ਪਾਇਆ ਕਿ ਵਿਦਿਨ 1 ਮੰਥ ਹੀ ਇਹਨਾਂ ਨੂੰ ਸਾਰਿਆਂ ਦੇ ਚਿਹਰੇ ਨੰਗੇ ਕਰਕੇ ਰੱਖ ਦਿੱਤੇ। ਸੋ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਤਾਂ ਕਿ ਜਿਹੜਾ ਪੈਸਾ ਇੱਧਰ ਉੱਧਰ ਜਾ ਰਿਹਾ, ਕਰਪਟ ਲੋਕਾਂ ਦੇ ਹੱਥਾਂ 'ਚ ਜਾ ਰਿਹਾ,
ਉਹ ਸਹੀ ਪਾਸੇ ਲੱਗੇ। ਗੁਰੂ ਕੀ ਗੋਲਕ ਜਿਹੜੀ ਆ ਗਰੀਬ ਦਾ ਮੂੰਹ ਬਣੇ ਤਾਂ ਕਿ ਪੈਸਾ ਸਹੀ ਹੱਥਾਂ ਦੇ ਵਿੱਚ ਜਾਵੇ। ਅਸੀਂ ਇਸੇ ਤਰੀਕੇ ਦੇ ਜਿਹੜੇ ਪੇਸ਼ਕਸ਼ ਆ ਦੁਬਾਰਾ ਫਿਰ ਕਿਤੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਲੈ ਕੇ ਆਵਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।